17ਵਾਂ ਸ਼ਬਦ ਲੈਣਾ ਹੈ ਜੀ। 300 ਜਿਹੜੇ ਹੈਗੇ ਅੰਗ 326 ਹੈ ਸ਼ਾਇਦ 326 ਤੇ 27 ਤੱਕ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੌੜੀ ਰਾਗ ਦੇ ਵਿੱਚ ਜਿਹੜੇ ਕਬੀਰ ਜੀ ਦੀ ਬਾਣੀ ਲੈ ਰਹੇ ਹਾਂ, ਭਗਤਾਂ ਦੀ ਬਾਣੀ, ਤੇ 17ਵਾਂ ਸ਼ਬਦ ਲੈ ਰਹੇ ਹਾਂ 326 ਅੰਗ ਦੇ ਉੱਤੇ। ਉਸ ਤੋਂ ਪਹਿਲਾਂ 16ਵੇਂ ਸ਼ਬਦ 'ਚ ਮਹਾਰਾਜ ਨੇ ਜਿਹੜਾ ਹੈਗਾ ਆਪਾਂ ਨੂੰ ਗਿਆਨ ਦਿੱਤਾ ਸੀਗਾ, ਕਬੀਰ ਜੀ ਨੇ ਪਾਈ ਕਿ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦਾ ਨਾਮ, ਉਹਦਾ ਧਿਆਨ ਜਿਹੜਾ ਹੈਗਾ, ਉਹਨੂੰ ਚੇਤਨਾ ਜਿਹੜਾ ਹੈਗਾ ਉਹੀ ਸਹੀ ਹੈਗਾ। ਬਾਕੀ ਜਿਹੜੇ ਧੰਦੇ ਤੇਰੇ ਹੈਗੇ ਭਾਈ ਸਾਰੇ ਝੂਠੇ ਹੈਗੇ। ਇਹਨਾਂ ਦਾ ਤੈਨੂੰ ਮੁੱਲ ਨਹੀਂ ਪੈਣਾ, ਇਹਨਾਂ ਦਾ ਤੈਨੂੰ ਕੋਈ ਫਾਇਦਾ ਨਹੀਂ ਹੋਣਾ। ਬਸ ਇਹ ਜਿਹੜਾ ਨਿਰਵਾਹ ਕਰਨ ਵਾਸਤੇ ਇਹਨਾਂ ਨੂੰ ਯੂਜ਼ ਹੋਣਾ ਹੈ। ਬਾਕੀ ਇੱਥੇ ਦੇ ਇੱਥੇ ਸਾਰਾ ਕੁਝ ਛੱਡ ਕੇ ਚਲੇ ਜਾਏਗਾ ਤੂੰ। ਕਹਿਤ ਕਬੀਰ ਚੇਤਰੇ ਅੰਦਾ ਸਤ ਰਾਮ ਝੂਠਾ ਸਭ ਧੰਦਾ। ਕਹਿੰਦੇ ਸੱਤ ਹੈ ਪਰਮੇਸ਼ਰ, ਔਰ ਪਰਮੇਸ਼ਰ ਵਰਗਾ ਹੋ ਜਾ। ਇਹ ਸਰੀਰ ਦੀ ਕੈਦ ਚੋਂ, ਸਰੀਰ ਦੀ ਪਕੜ ਚੋਂ ਬਾਹਰ ਆ ਜਾ। ਬਾਕੀ ਜੋ ਕੁਛ ਵੀ ਕਰ ਰਹੇ ਆ ਉਹਦਾ ਮੁੱਲ ਨਹੀਂ ਪੈਣਾ ਭਾਈ। ਸਭ ਧੰਦਾ ਤੇਰਾ ਝੂਠਾ ਹੈਗਾ। ਹੁਣ ਅਗਲਾ ਸ਼ਬਦ 17ਵਾਂ। ਗੌੜੀ ਕਬੀਰ ਜੀ ਟਿੱਪਦੇ 3 ਪਦੇ 4 ਤੁਕੇ। ਇੱਕ ਪਦੇ ਦੇ ਵਿੱਚ 4 ਤੁਕਾਂ ਹੈਗੀਆਂ ਇਹਦੀਆਂ, 4 ਲਾਈਨਾਂ ਹੈਗੀਆਂ ਇੱਕ ਪਦੇ ਦੇ ਵਿੱਚ, ਔਰ 3 ਪਦੇ ਹੈਗੇ ਇਹਦੇ। ਇਸ ਸ਼ਬਦ ਦੇ 3 ਪਦੇ ਹੈਗੇ। ਦੇਖੋ ਕਿੰਨਾ ਜਿਹੜਾ ਹੈਗਾ ਮਹਾਰਾਜ ਨੇ ਇਹਨੂੰ ਸੀਲ ਬੰਦ ਕੀਤਾ ਹੋਇਆ ਬਈ ਕੋਈ ਇੱਕ ਪਦਾ ਵੀ ਨਹੀਂ ਐਡ ਕਰ ਸਕਦਾ ਇਹਦੇ ਵਿੱਚ, ਇੱਕ ਤੁਕ ਵੀ ਨਹੀਂ ਬਦਲ ਸਕਦਾ, ਐਡ ਕਰ ਸਕਦਾ ਇਹਦੇ ਵਿੱਚ। ਇੰਨਾ ਪਿਓਰ ਗਿਆਨ ਤਾਂ ਹੈਗਾ ਆਪਣੇ ਕੋਲ। ਸਲੂਟ ਹੈ ਜੀ ਜਿਨ੍ਹਾਂ ਨੇ ਜਿਹੜੀ ਹੈਗੀ ਇਹਦੀ ਰਚਨਾ ਕੀਤੀ ਹੈ। ਕਿੰਨਾ ਸਮਾਂ ਲਗਾਇਆ ਹੋਣਾ ਉਸ ਟਾਈਮ। ਨਾ ਕੋਈ ਕੰਪਿਊਟਰ, ਨਾ ਕੋਈ ਜਿਹੜਾ ਹੈਗਾ ਲੈਪਟਾਪ, ਕੋਈ ਜਿਹੜਾ ਹੈਗਾ ਦੇਖ ਲਓ ਕੋਈ ਪ੍ਰਿੰਟਿੰਗ, ਕੁਛ ਵੀ ਨਹੀਂ ਹੈ। ਔਰ ਕਿਸ ਤਰੀਕੇ ਦੇ ਨਾਲ ਆਪਾਂ ਨੂੰ ਫੁੱਲ ਪ੍ਰੂਫ ਜਿਹੜਾ ਹੈਗਾ ਇੰਟਰਲੌਕ ਕਰਕੇ ਜਿਹੜਾ ਹੈਗਾ ਗਿਆਨ ਆਪਾਂ ਨੂੰ ਦਿੱਤਾ, ਔਰ ਸਦੀਆਂ ਤੱਕ ਚੱਲੂਗਾ। ਬਿਲਕੁਲ ਪਿਓਰ। ਦੇਖੋ ਜਿਵੇਂ ਕਬੀਰ ਜੀ ਸਾਹਮਣੇ ਬੋਲ ਰਹੇ ਆ। ਜਿਹੜੀ ਵੀ ਪਾਤਸ਼ਾਹੀ ਦਾ, ਜਿਹੜੇ ਵੀ ਭਗਤ ਦਾ ਗਿਆਨ ਹੁੰਦਾ ਬਿਲਕੁਲ ਉਹਦੇ ਮੁਖ ਤੋਂ ਜਿਹੜਾ ਸਾਹਮਣੇ ਜਿਹੜਾ ਹੈਗਾ ਇਹ ਅੱਖਰ ਜਿਹੜੇ ਹੈਗੇ ਬੋਲਣ ਲੱਗ ਪੈਂਦੇ। ਗੌੜੀ ਕਬੀਰ ਜੀ ਤਿਪ ਦੇ 4 ਤੁਕੇ। ਜਮ ਤੇ ਉਲਟ ਪਏ ਹੈ ਰਾਮ। ਹੁਣ ਜਮ ਤੋਂ ਰਾਮ ਉਲਟ ਹੋ ਗਿਆ। ਇਹ ਕੀ ਭੇਤ ਹੈਗਾ? ਜਮ ਤੇ ਉਲਟ ਪਏ ਹੈ ਰਾਮ। ਇਹ ਅਭਿਆਸੀ ਦੀ ਅਵਸਥਾ ਹੈਗੀ ਆ, ਸ਼ਿਫਟ ਹੋ ਗਿਆ। ਇਹਦਾ ਜਨਮ ਹੋ ਗਿਆ। ਇਹਦਾ ਜਨਮ ਹੁਣ ਹੋਇਆ। ਪਹਿਲਾਂ ਜਿਹੜਾ ਹੈਗਾ ਇਹ ਜੰਮ ਵਾਲੇ ਰਸਤੇ ਤੇ ਜਾ ਰਿਹਾ ਸੀਗਾ, ਜੰਮਣ ਮਰਨ ਦੇ ਗੇੜ ਦੇ ਵਿੱਚ ਜਾ ਰਿਹਾ ਸੀਗਾ, ਜੂਨਾਂ ਦੇ ਵਿੱਚ ਜਾ ਰਿਹਾ ਸੀਗਾ, ਪ੍ਰਕਿਰਤੀ ਦੇ ਨਾਲ ਜੁੜਿਆ ਹੋਇਆ ਸੀਗਾ, ਬਾਹਰ ਮੁਖੀ ਸੀਗਾ। ਹੁਣ ਇਹ ਅੰਤਰਮੁਖੀ ਹੋ ਗਿਆ। ਜੰਮ ਤੇ ਉਲਟ ਪਏ ਹੈ ਰਾਮ। ਹੁਣ ਪਰਮੇਸ਼ਰ ਦਾ ਧਿਆਨ ਕਰਨ ਲੱਗ ਪਿਆ, ਪਰਮੇਸ਼ਰ ਦੀ ਭਗਤੀ ਕਰਨ ਲੱਗ ਪਿਆ, ਅੰਦਰ ਆਪਣੇ ਵੜਨ ਲੱਗ ਪਿਆ। ਉਹ ਰਸਤਾ ਜਿਹੜਾ ਹੈਗਾ ਜੰਮ ਤੋਂ ਉਲਟ ਹੈਗਾ। ਉਹ ਰਸਤੇ ਤੇ ਜਿਹੜਾ ਜਾਂਦਾ ਹੈ ਉਹ ਜਿਹੜਾ ਹੈਗਾ
ਉਹ ਜੂਨਾਂ ਦੇ ਵਿੱਚ ਨਹੀਂ ਜਾਂਦਾ ਭਾਈ, ਧਰਮਰਾਜ ਦੇ ਕੋਲ ਨਹੀਂ ਜਾਂਦਾ। ਜਮ ਤੇ ਉਲਟ ਪਏ ਹੈ ਰਾਮ, ਦੁੱਖ ਬਿਨਸੇ ਸੁਖ ਕੀਓ ਵਿਸਰਾਮ। ਕਹਿੰਦੇ ਕਮਾਲ ਹੋ ਗਿਆ ਉਹਦੇ ਨਾਲ, ਦੁੱਖ ਜਿਹੜਾ ਹੈ ਬਿਨਸਣ ਲੱਗ ਪਏ ਔਰ ਸੁਖ ਜਿਹੜਾ ਹੈਗਾ ਅੰਦਰ ਸੁਖੀ ਹੋ ਗਿਆ, ਅੰਦਰ ਜਿਹੜਾ ਸੁਖ ਨੇ ਵਿਸ਼ਰਾਮ ਕਰ ਲਿਆ ਅਭਿਆਸੀ ਦੇ ਅੰਦਰ। ਸ਼ਿਫਟ ਹੋਣ ਦੇ ਨਾਲ ਦੇਖੋ ਕਿੰਨਾ ਆਪਾਂ ਭਗਤੀ ਕਰਨੀ ਹੈ ਸ਼ੁਰੂ ਕੀਤੀ ਤੇ ਉਹਦੇ ਨਾਲ ਆਹ ਫਾਇਦਾ ਇਮੀਡੀਏਟਲੀ ਹੋਣੇ ਆ ਭਾਈ। ਇਹ ਥੋੜੀ ਨਾ ਕਿ ਬਈ ਜਿਹੜਾ ਹੈਗੇ ਸਾਲ ਲੱਗ ਜਾਣੇ ਆ। ਕਹਿੰਦੇ ਤੂੰ ਅੰਦਰੋਂ ਜਿਹੜਾ ਹੈਗਾ ਤੇਰਾ ਮਨ ਜਿਹੜਾ ਹੈਗਾ ਉਲਟ ਹੋ ਗਿਆ ਤੇ ਤੇਰੇ ਅੰਦਰ ਸੁਖ ਹੋਣਾ ਲਾਜ਼ਮੀ ਹੈਗਾ। ਸੁਖ ਨੇ ਵਿਸ਼ਰਾਮ ਕਰਨਾ ਹੀ ਕਰਨਾ ਹੈ ਤੇਰੇ ਅੰਦਰ। ਦੁੱਖ ਜਿਹੜੇ ਹੈਗੇ ਬਾਹਰ ਮੁਖੀ ਹੈਗੇ ਆ, ਆਪਾਂ ਜਮ ਵੱਲ ਨੂੰ ਆਪਾਂ ਜਾ ਰਹੇ ਹਾਂ, ਤਾਂ ਕਰਕੇ ਇਹੀ ਤਾਂ ਦੁੱਖ ਹੈਗੇ। ਇਸ ਤੋਂ ਉੱਪਰ ਹੋਰ ਦੁੱਖ ਕਿਹੜੇ ਹੈਗੇ? ਜਮ ਤੇ ਉਲਟ ਪਏ ਹੈ ਰਾਮ, ਦੁੱਖ ਬਿਨਸੇ ਸੁਖ ਕੀਓ ਵਿਸਰਾਮ। ਬੈਰੀ ਉਲਟ ਪਏ ਹੈ ਮੀਤਾ, ਸਾਖਤ ਉਲਟ ਸੁਜਨ ਪਏ ਚੀਤਾ। ਕਹਿੰਦੇ ਬੈਰੀ ਜਿਹੜੇ ਸੀ, ਕਹਿੰਦੇ ਮੇਰੇ ਗਿਆਨ ਇੰਦਰੀ ਜਿਹੜੇ ਸੀਗੇ ਮੇਰੇ ਬੈਰੀ ਬਣੇ ਹੋਏ ਸੀਗੇ। ਬਸ ਇਹੀ ਜਿਹੜੇ ਹੈਗੇ ਮੇਰੀ ਪ੍ਰਾਣ ਸ਼ਕਤੀ ਸਾਰੀ ਦੀ ਸਾਰੀ ਬਾਹਰ ਲਗਾਈ ਜਾ ਰਹੇ ਸੀਗੇ। ਹੁਣ ਕਹਿੰਦੇ ਮਿੱਤਰ ਹੋ ਗਏ ਮੇਰੇ, ਅੰਤਰਮੁਖੀ ਹੋ ਗਏ। ਹੁਣ ਸਾਕਤ ਉਲਟ ਸੁਜਨ ਪਏ ਚੀਤਾ। ਸਾਕਤ ਜਿਹੜੇ ਸੀ ਪਹਿਲਾਂ ਰੱਬ ਤੋਂ ਟੁੱਟਿਆ ਹੋਇਆ ਸੀ ਮੇਰਾ ਮਨ, ਮੇਰੀ ਸੁਰਤ, ਹੁਣ ਕਹਿੰਦੇ ਆ ਉਹ ਸੁਰਤ ਅੰਦਰ ਚੱਲਣ ਲੱਗ ਪਈ। ਸੁਜਨ ਹੋ ਗਏ ਇਹ ਜਿਹੜੇ ਹੈ ਮੇਰੇ ਗਿਆਨ ਇੰਦਰੇ, ਕਰਮ ਇੰਦਰੇ, ਮੇਰੀ ਸੁਰਤ ਜਿਹੜੀ ਹੈਗੀ ਆ, ਉਹ ਚਿੱਤ ਜਿਹੜਾ ਹੈਗਾ ਮੇਰਾ, ਉਹਦੇ ਵਿੱਚ ਜਿਹੜਾ ਹੈਗਾ ਹੁਣ ਪਰਮਾਤਮਾ ਆ ਗਿਆ, ਪਰਮਾਤਮਾ ਦੇ ਵਿਚਾਰ ਆ ਗਏ ਉਹਦੇ ਵਿੱਚ। ਕਿੱਥੇ ਮਾਇਆ ਦੇ ਵਿਚਾਰ ਸੀਗੇ, ਚਿੱਤ ਦੇ ਵਿੱਚ ਲਹਿਰਾਂ ਚੱਲਦੀਆਂ ਸੀਗੀਆਂ। ਅਬ ਮੋਹੇ ਸਰਵ ਕੁਸ਼ਲ ਕਰ ਮਾਨਿਆ। ਕਹਿੰਦੇ ਕਮਾਲ ਹੀ ਹੋ ਗਿਆ। ਹੁਣ ਮੇਰੇ ਅੰਦਰ ਇੰਨੀ ਜਿਹੜੀ ਹੈਗੀ ਖੁਸ਼ਹਾਲੀ, ਮੇਰਾ ਚਾਰੋਂ ਪਾਸਿਓਂ ਮੈਂ ਖੁਸ਼ਹਾਲ ਹੋ ਗਿਆ, ਮੇਰਾ ਮਨ ਚਾਰੋਂ ਪਾਸਿਓਂ ਖੁਸ਼ਹਾਲ ਹੋ ਗਿਆ। ਕਿਵੇਂ ਹੋ ਗਿਆ? ਕੀ ਕੀਤਾ? ਸ਼ਾਂਤ ਪਈ ਜਬ ਗੋਬਿੰਦ ਜਾਣਿਆ। ਕਹਿੰਦੇ ਮੈਂ ਗੋਬਿੰਦ ਵਾਲੇ ਪਾਸੇ, ਪਰਮਾਤਮਾ ਵਾਲੇ ਪਾਸੇ ਜਦ ਦਾ ਤੁਰਨਾ ਸ਼ੁਰੂ ਕਰਤਾ, ਜਦ ਦਾ ਗੋਬਿੰਦ ਨੂੰ ਜਾਣਨਾ ਸ਼ੁਰੂ ਕਰਤਾ, ਤੇ ਮੇਰੇ ਅੰਦਰ ਸ਼ਾਂਤੀ ਵਰਤ ਗਈ, ਮੇਰੇ ਅੰਦਰ ਖੁਸ਼ਹਾਲੀ ਆ ਗਈ। ਰਹਾਓ। ਹਾਂਜੀ ਗੁਰਕੀ ਸਾਹਿਬ, ਇੱਥੇ ਤੱਕ ਹੀ ਲੈਨੇ ਆਪਾਂ। ਜਮ ਤੇ ਉਲਟ ਪਏ ਹੈ ਰਾਮ। ਕਹਿੰਦੇ ਜਮ ਵਾਲੇ ਪਾਸੇ ਜਾ ਰਿਹਾ ਸੀ, ਹੁਣ ਮੇਰੇ ਗਿਆਨ ਇੰਦਰੇ ਜਿਹੜੇ ਹੈਗੇ ਹੁਣ ਰਾਮ ਵਾਲੇ ਪਾਸੇ ਨੂੰ ਤੁਰਨ ਲੱਗ ਪਏ। ਰਾਮ ਵਾਲੇ ਪਾਸੇ ਨੂੰ ਜਿਹੜਾ ਹੈਗਾ ਹੋ ਗਏ, ਭਗਤੀ ਵੱਲ ਨੂੰ ਸ਼ਿਫਟ ਹੋ ਗਿਆ। ਜਨਮ ਹੋ ਗਿਆ ਮੇਰਾ ਜਿਹੜਾ ਹੈਗਾ ਆਤਮਿਕ ਜਨਮ ਹੋ ਗਿਆ। ਦੁੱਖ ਬਿਨਸੇ ਸੁਖ ਕੀਓ ਵਿਸਰਾਮ। ਦੁੱਖ ਬਿਨਸ ਕੇ ਸੁਖ ਮੇਰੇ ਅੰਦਰ ਆ ਗਏ। ਹਾਂਜੀ ਗੁਰੂ ਸਾਹਿਬ। ਹਾਂਜੀ ਨਿਜਾ ਸਾਹਿਬ, ਇਹ ਸਾਧ ਸੰਗਤ ਦੀ ਬਾਣੀ ਵਿੱਚ ਆਪਾਂ ਨੂੰ ਜੋ ਸਮਝਾ ਰਹੇ ਨੇ ਕਬੀਰ ਜੀ, ਜਮ ਤੇ ਉਲਟ ਪਏ ਹੈ ਰਾਮ। ਮਤਲਬ ਕਿ ਨਿਜਾ ਸਾਹਿਬ ਮੈਂ ਹੁਣ ਜਮਾਂ ਤੋਂ ਉਲਟੀ ਦਿਸ਼ਾ ਵੱਲ ਚੱਲ ਪਿਆ। ਹਾਂ, ਜੰਮਣ ਮਰਨ ਦੇ ਗੇੜੇ ਤੋਂ ਹਟ ਗਿਆ ਹੁਣ ਜਿਹੜਾ ਹੈਗਾ। ਪਹਿਲਾਂ ਮੈਂ ਜਾ ਰਿਹਾ ਸੀਗਾ ਬਾਹਰ ਮੁਖੀ, ਜਿਹੜਾ ਹੈਗਾ ਆਪਾਂ ਜਿਹੜੇ ਪਦਾਰਥਾਂ ਦੇ ਨਾਲ, ਆਕਾਰ ਦੇ ਨਾਲ ਜਿਹੜੀ ਆਪਣੇ ਪ੍ਰਾਣ ਸ਼ਕਤੀ ਜਾ ਰਹੀ ਹੈ, ਤੇ ਇਹ ਤਾਂ ਫਿਰ ਇਹ ਜਮਾਂ ਵੱਲ ਹੀ ਜਾ ਰਹੇ ਹਾਂ ਆਪਾਂ। ਜਮ ਕੌਣ ਹੈ? ਕਹਿੰਦੇ ਧਰਮਰਾਜ ਦੇ ਕੋਲ ਹੀ ਜਾਣਾ ਹੈ, ਫਿਰ ਹਿਸਾਬ ਕਿਤਾਬ ਹੋਣਾ, ਜੂਨਾਂ 'ਚ ਹੀ ਰਹਿਣਾ ਹੈ ਫਿਰ ਆਪਾਂ। ਹੁਣ ਉਲਟੀ ਦਿਸ਼ਾ ਹੋ ਗਈ, ਬਿਲਕੁਲ ਯੂ ਟਰਨ ਹੋ ਗਿਆ, ਰਾਮ ਵੱਲ ਹੋ ਗਈ। ਬਿਲਕੁਲ ਠੀਕ ਹੈ। ਇਹ ਸਾਧ ਸੰਗਤ ਜੀ ਬੜੀ ਕਲੀਅਰ ਜੀ ਗੱਲ ਕਰ ਗਏ ਨੇ। ਉਹ ਕਹਿ ਗਏ ਨੇ ਇਹ ਤਾਂ ਨਦੀ ਹੈ, ਸਾਰਾ ਸੰਸਾਰ ਨਦੀ ਦੀ ਧਾਰਾ ਨਾਲ ਚੱਲ ਰਿਹਾ ਸੀ ਤੇ ਮੈਂ ਵੀ ਚੱਲ ਰਿਹਾ ਸੀ, ਪਰ ਮੈਂ ਹੁਣ ਕੀਤਾ, ਮੈਂ ਦਿਸ਼ਾ ਹੀ ਬਦਲ ਦਿੱਤੀ, ਮੁਲਕੀ ਦਿਸ਼ਾ। ਜਿੱਧਰ ਭੀੜ ਜਾ ਰਹੀ ਹੈ ਨਾ, ਕਬੀਰ ਜੀ ਕਹਿੰਦੇ ਬਹੀਰ ਜਾ ਰਹੀ ਹੈ, ਮੈਂ ਉੱਧਰ ਨਹੀਂ ਜਾਂਦਾ ਹੁਣ। ਮੈਂ ਆਪ ਪਹਾੜੀ ਦੀ ਯਾਤਰਾ ਚੜ੍ਹਨੀ ਸ਼ੁਰੂ ਕਰਦੀ ਹੈ, ਜਿੱਥੇ ਉਲਟੀ ਦਿਸ਼ਾ ਵਿੱਚ ਸਫ਼ਰ ਸ਼ੁਰੂ ਕਰਦਾ। ਜਿੱਥੇ ਇੱਕ ਤੇ ਸਧਾਰਨ ਬੰਦਾ ਤੇ ਉਹ ਮਰਨ ਜੰਮਣ ਦਾ ਗੇੜਾ ਹੀ ਕਰ ਰਿਹਾ, ਉਹ ਧਰਤੀ 'ਚ ਪਦਾਰਥਾਂ ਦੇ ਭੋਗਾਂ ਦੇ ਪਿੱਛੇ ਇੰਦਰੀਆਂ ਦੇ ਰਾਹੀਂ ਗਤੀ ਕਰ ਰਿਹਾ। ਤੇ ਮੈਂ ਕੀ ਕੀਤਾ ਕਿ ਮੈਂ ਉਲਟਾ ਇਹਨੂੰ ਕਰ ਲਿਆ ਕਿ ਜਿਹੜੀਆਂ ਇੰਦਰੀਆਂ ਨੂੰ ਅੰਤਰਮੁਖੀ ਕਰ ਲਿਆ। ਕਿ ਮੈਂ ਹੁਣ ਇਹਦੀਆਂ ਇੰਦਰੀਆਂ ਵਾ, ਜੋ ਵੀ ਮੇਰੀ ਡਾਇਰੈਕਸ਼ਨ ਆ, ਜਿਹੜਾ ਮੈਂ ਜਿੱਧਰ ਮੈਂ ਜਾ ਰਿਹਾ ਸੀ, ਮੈਂ ਉਸ ਤੋਂ ਉਲਟਾ ਕੁਛ ਕਰਕੇ ਆਪਣੇ ਅੰਦਰ ਲੈ ਕੇ, ਜਿੱਦਾਂ ਮਤਲਬ ਕਹਿਣ ਤੋਂ ਭਾਵ ਕਿ ਜਿੱਦਾਂ ਰਾਮ ਆ, ਰਾਮ ਦੁਨੀਆ 'ਚ ਕਿੱਥੇ ਵੀ ਨਹੀਂ ਹੈਗਾ, ਤੁਹਾਨੂੰ ਪਤਾ। ਰਾਮ ਤੁਹਾਡੇ ਅੰਦਰ ਆ। ਜੇ ਤੁਸੀਂ ਬਾਹਰ ਲੱਭਣ ਗਏ ਤੇ ਭਰਮ ਦੇ ਵਿੱਚ ਹੀ, ਬਾਹਰ ਢੂੰਡੇ ਤੇ ਭਰਮ ਭੁਲਾਏ। ਬਾਹਰ ਜਦੋਂ ਕੋਈ ਲੱਭਣ ਜਾਂਦਾ ਹੈ ਨਾ, ਤੇ ਰਾਮ ਨਹੀਂ ਜੋ ਮਿਲਣਾ। ਹਾਂ, ਜਦੋਂ ਅੰਦਰ ਮਿਲ ਗਿਆ ਤੇ ਫਿਰ ਤੁਹਾਨੂੰ ਆਲੇ ਦੁਆਲੇ ਬਨਸਪਤੀ, ਚਿੜੀਆਂ, ਕਾਂ,
ਕੀੜੇ ਮਕੌੜੇ ਹਰ ਥਾਂ ਮਿਲੇਗਾ। ਕਿਉਂ ਮਿਲੇਗਾ? ਕਿਉਂਕਿ ਅੰਦਰੋਂ ਜਾਣ ਲਿਆ। ਜਿੰਨਾ ਚਿਰ ਤੱਕ ਰਾਮ ਨੂੰ ਅਸੀਂ ਅੰਦਰੋਂ ਨਹੀਂ ਨਾ ਜਾਣਦੇ ਉਹਨਾਂ ਚਿਰ ਤੱਕ ਗੱਲ ਨਹੀਂ ਬਣਦੀ, ਨਾ ਹੀ ਬ੍ਰਹਮ ਦਾ ਰੂਪ ਦਿਖਾਈ ਦਿੰਦਾ। ਉਹ ਬਾਹਰੋਂ ਉਦਾਂ ਜੋ ਮਰਜ਼ੀ ਕਹਿ ਲਈਏ, ਗ੍ਰੰਥਾਂ 'ਚ ਲਿਖਿਆ ਪੜ੍ਹ ਕੇ ਮੰਨ ਲਈਏ, ਪਰ ਉਹ ਅਸਲੀ ਗਿਆਨ ਨਹੀਂ। ਗਿਆਨ ਉਦੋਂ ਹੀ ਪੈਦਾ ਹੋਣਾ ਹੈ ਕਿਸੇ ਚੀਜ਼ ਨੂੰ। ਹੁਣ ਤੁਸੀਂ ਇੱਕ ਚੀਜ਼ ਨੂੰ ਆਪ ਅਨੁਭਵ ਕਰ ਲਿਆ ਤੇ ਫਿਰ ਮੰਨਣ 'ਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਜੇ ਤੁਸੀਂ ਅਨੁਭਵ ਨਹੀਂ ਕੀਤਾ ਤੇ ਕਿਤਾਬਾਂ ਤੋਂ ਪੜ੍ਹ ਕੇ ਮੰਨੋਗੇ ਤੇ ਉਹ ਕਿੰਨਾ ਕੁ ਮਜ਼ਬੂਤ ਹੋਊਗਾ। 2 ਮਿੰਟ ਲਾ ਕੇ ਕਿਸੇ ਨੇ ਗੱਲ ਕੀਤੀ, ਤੁਹਾਡੇ ਅੰਦਰ ਕੰਪਨ ਪੈਦਾ ਹੋ ਜਾਣੀ, ਕਿਉਂਕਿ ਜਾਣਿਆ ਹੀ ਨਹੀਂ ਨਾ, ਸੁਣਿਆ, ਸੁਣ ਕੇ ਮੰਨ ਲਿਆ, ਔਰ ਦੁਨੀਆ ਏਦਾਂ ਹੀ ਕਰਦੀ ਹੈ। ਕਬੀਰ ਜੀ ਕਹਿੰਦੇ ਕਿ ਉਲਟ ਭਏ ਹੈ ਰਾਮ। ਜੰਮ ਤੋਂ ਪਾਪ ਕੀ, ਜਿੱਦਾਂ ਸੰਸਾਰਿਕ ਬੰਦਾ ਜੀਵਨ ਗਤੀ ਕਰਦਾ ਹੈ ਪਦਾਰਥਾਂ ਦੇ ਭੋਗਾਂ ਦੇ ਵਿੱਚ, ਇੰਦਰੀਆਂ ਬਾਹਰ ਮੁਖੀ ਕਰਕੇ ਚੱਲਦਾ ਹੈ, ਪਰ ਨਹੀਂ, ਰਾਮ ਜਿਹੜਾ ਉਲਟੀ ਦਿਸ਼ਾ ਦੇ ਵਿੱਚ ਆ। ਇਹਦਾ ਮਤਲਬ ਕਿ ਬਾਹਰੀ ਗਤੀ ਨਹੀਂ ਕਰਨੀ, ਪਦਾਰਥਾਂ ਵੱਲ ਗਤੀ ਨਹੀਂ ਕਰਨੀ, ਆਪਣੇ ਅੰਦਰ ਗਤੀ ਕਰਨੀ। ਹਾਂਜੀ ਠੀਕ ਹੈ ਨਾ ਜੱਸਾ, ਅਗਲੀ ਤੁਕ ਬੋਲੋ। ਦੁੱਖ ਬਿਨਸੇ ਸੁੱਖ ਕੀਓ ਵਿਸਰਾਮ। ਕਹਿੰਦੇ ਮੇਰੇ ਦੁੱਖ ਉਦੋਂ ਦੇ ਦੁੱਖ ਬਿਨਸਣ ਲੱਗ ਪਏ ਔਰ ਸੁੱਖ ਮੇਰੇ ਅੰਦਰ ਆਉਣ ਲੱਗ ਪਏ। ਸੁੱਖਾਂ ਨੇ ਮੇਰੇ ਅੰਦਰ ਡੇਰਾ ਲਾ ਲਿਆ। ਹਾਂ ਬਿਲਕੁਲ ਹੀ। ਉਹਨਾਂ ਨੇ ਕਹਿੰਦੇ ਕਿ ਜਦੋਂ ਮੈਂ ਇੰਨਾ ਸਟੈਪ ਲਿਆ, ਪਹਿਲਾਂ ਤੇ ਮੈਂ ਮਨ ਨੂੰ ਕੀ ਕੀਤਾ ਕਿ 2 ਹੀ ਤੇ ਤੱਤ ਆ। ਇੱਕ ਦਵੈਤ ਆ, ਦਵੈਤ ਦਾ ਮਤਲਬ ਡੁਪਲੀਕੇਟ, ਮਾਇਆ ਹੈ ਵੀ ਨਵਾੜੀ ਨਹੀਂ ਆ, ਵਧੀਆ ਹੈ, ਪਰ ਕੋਈ ਵੀ ਚੀਜ਼ ਹੁੰਦੀ ਹੈ ਨਾ, ਤੁਸੀਂ ਵੇਖਿਆ ਹੋ ਗਿਆ, ਗੱਡੀ ਦੀ ਇੱਕ ਲਿਮਟ ਆ, ਉਸ ਲਿਮਟ ਤੋਂ ਜਦੋਂ ਆਪਾਂ ਵੱਧ ਚਲਾਉਂਦੇ ਆ ਤੇ ਉਹ ਗੱਡੀ ਫਿਰ ਉਹ ਵਧੀਆ ਨਹੀਂ ਚੱਲਦੀ, ਡੇਂਜਰ ਹੋ ਜਾਂਦੀ। ਕਿਸੇ ਵੀ ਚੀਜ਼ ਨੂੰ, ਹੁਣ ਰੋਟੀ ਆ ਬੜੀ ਵਧੀਆ ਚੀਜ਼ ਆ, ਖਾਓ, ਖਾਣ ਤੋਂ ਕੌਣ ਮਨਾ ਕਰਦਾ? ਤੁਸੀਂ ਪਾਣੀ ਵੀ ਪੀਓ, ਲਿਮਟ ਨਾਲ ਪੀਓ, ਹਰ ਚੀਜ਼ ਦੀ ਲਿਮਟ ਨਾਲ ਕਰਦੇ ਜੋ ਕੋਈ ਪ੍ਰੋਬਲਮ ਨਹੀਂ ਆ। ਪਰ ਜਦੋਂ ਆਪਾਂ ਲਿਮਟ ਕ੍ਰਾਸ ਕਰ ਦਿੰਦੇ ਆ ਤੇ ਫਿਰ ਉਹ ਜਿਹੜੀ ਚੀਜ਼ ਆ ਹੌਲੀ ਹੌਲੀ ਕੇ ਖਰਾਬ ਹੋਣ ਲੱਗ ਪੈਂਦੀ। ਤੇ ਫਿਰ ਕਹਿੰਦੇ ਕਿ ਜਦੋਂ ਮੈਂ ਇੰਦਰੀਆਂ ਦਾ ਭੋਗਾਂ ਤੋਂ ਆਪਣੇ ਆਪ ਨੂੰ ਰੋਕ ਲਿਆ, ਹੁਣ ਦੇਖੋ 9 ਦਰਵਾਜ਼ੇ ਆਪਣੇ ਸਰੀਰ 'ਚ, ਨਾ 10ਵਾਂ ਗੁਪਤ ਆ। ਹੁਣ ਚੇਤਨਾ ਆਪਣੀ 9 ਦਰਵਾਜ਼ਿਆਂ ਦੇ ਰਾਹੀਂ ਗਤੀ ਕਰਦੀ ਆ, ਔਰ ਜਿਹੜਾ ਵੀ ਬੰਦਾ ਵੇਖੋ ਇਹਨਾਂ ਦੇ ਪਿੱਛੇ ਘੁੰਮ ਰਿਹਾ। ਤੇ ਜਦੋਂ ਉਲਟ ਦਾ ਮਤਲਬ ਹੈਗਾ ਕਿ ਇੰਦਰੀਆਂ ਨੂੰ ਅੰਤਰਮੁਖੀ ਕਰ ਲਿਆ। ਜਦੋਂ ਆਪਾਂ ਸਮਾਧੀ ਲੀਨ ਹੁੰਦੇ ਆ ਤੇ ਉਦੋਂ ਸਾਨੂੰ ਆਪਣੇ ਅੰਦਰ ਕੀ ਹੁੰਦਾ ਹੈ ਕਿ ਅਸੀਂ ਤਪੱਸਿਆ ਕਰਦੇ ਹਾਂ, ਜਪ ਤਪ। ਤੇ ਜਦੋਂ ਆਪਾਂ ਜਪ ਕਰਦੇ ਹਾਂ ਤੇ ਤਪ ਕਰਦੇ ਹਾਂ, ਤਪ ਦਾ ਮਤਲਬ ਹੈਗਾ ਇੰਦਰੀਆਂ ਨੂੰ ਤਪਾਉਣਾ। ਤੁਸੀਂ ਵੇਖਿਆ ਹੋਣਾ ਨਾ, ਇੱਟ ਕੱਚੀ ਹੁੰਦੀ ਹੈ, ਮਾੜਾ ਜਿਹਾ ਮੀਂਹ ਪਿਆ ਤੇ ਖੁਰ ਜਾਣੀ, ਪਰ ਜਦੋਂ ਉਹਨੂੰ ਭੱਠੇ 'ਚ ਪਾ ਕੇ ਆਪਾਂ ਤਪਾਉਂਦੇ ਹਾਂ, ਨਿੱਜਰ ਸਾਹਿਬ, ਕਿੰਨੀ ਮਜ਼ਬੂਤੀ ਆ ਜਾਂਦੀ। ਹਾਂ, ਜਿੰਨੀ ਮਰਜ਼ੀ ਬਰਸਾਤ ਪੈ ਜਾਏ ਕੁਛ ਨਹੀਂ ਹੁੰਦਾ ਫਿਰ ਹੁਣ। ਹਾਂ, ਇਸ ਲਈ ਕਹਿੰਦੇ ਆ ਜਦੋਂ ਭਗਤੀ ਕਰਦੇ ਆ ਤੇ ਸਾਡੇ ਅੰਦਰ ਇੱਕ ਅਗਨ ਪੈਦਾ ਹੁੰਦੀ ਆ, ਉਹਦੇ 'ਚ ਤਪਾਉਣਾ ਪੈਂਦਾ ਆਪਣੀ ਇੰਦਰੀਆਂ ਨੂੰ, ਮਨ ਨੂੰ ਰੋਸਟ ਕਰਨਾ ਪਊਗਾ। ਮਨ ਓਦਾਂ ਨਸ਼ਟ ਨਹੀਂ ਹੋਣਾ। ਮਨ ਨੂੰ ਜਿਹੜਾ ਪ੍ਰਕਿਰਤੀ ਨੇ ਨਾ, ਦੇਖੋ ਆਪ ਇੱਕ ਚੀਜ਼ ਨੂੰ ਸਮਝੋ, ਪ੍ਰਮਾਤਮਾ ਇੱਕ ਸਾਇੰਟਿਸਟ ਆ। ਮੈਂ ਤੇ ਸੋਚਦਾ ਉਹ ਏਡਾ ਵਧੀਆ ਸਾਇੰਟਿਸਟ ਆ, ਐਸੀਆਂ ਉਹਨੇ ਇੰਜੀਨੀਅਰਿੰਗ ਡਿਜ਼ਾਈਨਿੰਗ ਕੀਤੀ ਹੋਈ ਆ। ਉਹ ਕਹਿੰਦਾ ਕਿ ਬੰਦਾ ਜਿਹੜਾ ਵੀ ਮੇਰੇ ਕੋਲ ਹੋਏ ਪ੍ਰੋਪਰਲੀ ਇੰਜੀਨੀਅਰਿੰਗ ਦੇ ਫਾਰਮੂਲੇ ਨਾਲ ਹੀ ਆਵੇ। ਨਿੱਜਰ ਸਾਹਿਬ ਸਹੀ ਜੇ ਗੱਲ ਹੈ, ਇਹ 'ਚ ਕੋਈ ਜੇ ਕਿਹਾ ਜਾਵੇ ਨਾ ਕਿ ਝੂਠ ਹੈ, ਝੂਠ ਨਹੀਂ ਆ। ਪਰਮਾਤਮਾ ਨਹੀਂ ਚਾਹੁੰਦਾ ਕਿ ਕੋਈ ਵੀ ਬੰਦਾ ਇੱਕਦਮ ਹੀ ਮੇਰੇ ਕੋਲ ਪਹੁੰਚ ਜਾਏ। ਉਹ ਪੂਰਾ ਸਾਇੰਟੀਫਿਕਲੀ ਉਹਨੇ ਪਲਾਨ ਕੀਤਾ ਹੋਇਆ। ਹੁਣ ਮੰਨਿਆ ਨਿੱਜਰ ਸਾਹਿਬ, ਮਨ ਨੂੰ ਰੋਸਟ ਕਰਨਾ ਪੈਣਾ ਆਪਣੇ ਨੂੰ। ਜਦੋਂ ਬੀਜ ਨੂੰ ਆਪਾਂ ਰੋਸਟ ਕਰ ਦਿੰਦੇ ਆ, ਪਕਾ ਦਿੰਦੇ ਆ, ਉਹ 'ਚ ਫਿਰ ਫਰੂਟ ਤੇ ਨਹੀਂ ਨਾ ਪੈਦਾ ਹੁੰਦਾ, ਉਹ ਤੇ ਖਤਮ ਹੋ ਗਿਆ ਨਾ। ਇਸੇ ਹੀ ਤਰ੍ਹਾਂ ਮਨ ਨੂੰ ਪਕਾਉਣਾ ਪੈਣਾ, ਅੰਤਰਮੁਖੀ ਕਰਕੇ। ਜਦੋਂ ਜਪ ਤੇ ਤਪ ਕਰਨਾ, ਜਪ ਦਾ ਮਤਲਬ ਹੁੰਦਾ ਭਗਤੀ ਕਰਨੀ, ਤਪ ਦਾ ਮਤਲਬ ਤਪਾਉਣਾ ਨੂੰ। ਹੁਣ ਦੇਖੋ ਇੰਦਰੀਆਂ ਦੇ ਭੋਗਾਂ ਦਾ ਕੋਈ ਅੰਤ ਨਹੀਂ ਆ। ਆਪ ਜਿੱਥੇ ਮਰਜ਼ੀ ਜਾ ਕੇ ਦੇਖ ਲਓ, ਆਪ ਚਾਹੇ ਕਿਸੇ ਵੀ ਭੋਗ ਨੂੰ ਭੋਗ ਕੇ ਵੇਖ ਲਓ। ਇੱਥੋਂ ਤੱਕ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ, ਇਤਿਹਾਸ ਚੈੱਕ ਕਰੋ। ਆਪਣੇ ਇਤਿਹਾਸ 'ਚ ਕਈ ਐਸੇ ਰਾਜੇ ਸਨ ਜਿਨ੍ਹਾਂ ਦੀਆਂ 100 ਕੀ 500 400 ਰਾਣੀਆਂ ਸਨ। ਇੱਕ ਬੰਦਾ ਜਿਹੜਾ ਭੋਗੀ ਹੋ ਜਾਂਦਾ ਹੈ, ਉਹਦਾ ਅੰਤ ਹੀ ਕੋਈ ਨਹੀਂ। ਕਈਆਂ ਨੇ 5-5 ਵੀ ਰੱਖੀਆਂ ਨੇ ਚਾਈਨਾ ਦੇ ਵਿੱਚ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਭੋਗ ਦਾ ਕੋਈ ਅੰਤ ਨਹੀਂ। ਪਰ ਜਦੋਂ ਆਪਾਂ ਸੰਜਮ ਕਰਦੇ ਹਾਂ ਨਿੱਜਰ ਸਾਹਿਬ, ਤੇ ਉਹ ਸਾਡੇ ਜੀਵਨ ਦੇ ਵਿੱਚ ਬੜੀ ਉਚਾਈ ਆਉਂਦੀ ਹੈ। ਔਰ ਸੰਜਮ ਜਿਹੜਾ ਨਿੱਜਰ ਸਾਹਿਬ ਭਗਤੀ ਤੋਂ ਬਿਨਾਂ ਨਹੀਂ ਆ ਸਕਦਾ। ਔਰ ਜਦੋਂ ਆਪਾਂ ਭਗਤੀ ਕੀਤੀ ਤੇ ਸਾਧ ਸੰਗਤ ਜੀ, ਦੇਖੋ 3-4 ਅਵਸਥਾਵਾਂ ਆਉਣੀਆਂ ਨੇ ਤੁਹਾਡੇ ਸਾਹਮਣੇ। ਇਹਨਾਂ ਨੇ ਤੁਹਾਡੇ ਜੀਵਨ ਨੂੰ ਇੱਕਦਮ ਟਰਾਂਸਫਾਰਮ ਕਰਨਾ। ਐਰ ਆਨੰਦ ਦੀ ਤੁਕ, ਮੈਂ ਦੁੱਖ ਬਿਨਸੇ ਸੁੱਖ ਕਿਉ ਵਿਸ਼ਰਾਮ। ਇਹ ਏਦਾਂ ਮੈਂ ਲੰਘ ਜਾਵਾਂਗਾ ਤੇ ਫਾਇਦਾ ਨਹੀਂ ਹੈਗਾ। ਤੁਹਾਨੂੰ ਮੈਂ ਬਿਆਨ ਕਰਨਾ ਪੈਣਾ ਇਹ ਚੀਜ਼ ਨੂੰ। ਉੱਪਰੋਂ 2 ਲਾਈਨਾਂ 'ਚ ਉਹਨਾਂ ਨੇ ਗੁਪਤ ਚੀਜ਼ ਸਮਝਾਈ ਆ
ਉੱਪਰੋਂ ਕਹਿੰਦੇ ਆ ਕਿ ਮੈਂ ਕੀ ਕੀਤਾ ਕਿ ਜੰਮ ਤੇ ਉਲਟ ਭਏ ਹੈਰਾਨ। ਮਤਲਬ ਜਿੱਥੋਂ ਜੰਮ ਦਾ ਮਤਲਬ ਇਹ ਉੱਥੇ ਕੋਈ ਜਮਦੂਤ ਨਹੀਂ ਬੈਠੇ, ਉਹ ਜਮਦੂਤ ਦਾ ਮਤਲਬ ਕਿ ਜਿਹੜੇ ਬੰਦੇ ਜੰਮਦੇ ਮਰਦੇ ਉਹਨਾਂ ਤੋਂ ਮੈਂ ਇੱਕ ਸਧਾਰਨ ਜੀਵਨ ਬਤੀਤ ਕਰਨ ਦੀ ਜਗ੍ਹਾ ਮੈਂ ਭਗਤੀ ਵਾਲਾ ਰਸਤਾ ਮਾਰਗ ਚੁਣਿਆ, ਜਿਹੜਾ ਕੱਲਾ। ਕਰੈਕਟ ਨੇ ਸਾਹਿਬ? ਬਿਲਕੁਲ। ਦੇਖੋ ਬਾਣੀ ਏਦਾਂ ਨਹੀਂ ਬੋਲਦੀ ਜਿੱਦਾਂ ਆਪਾਂ ਲਿਖੇ ਨੇ ਅੱਖਰਾਂ 'ਚ, ਓਦਾਂ ਨਹੀਂ ਹੈਗਾ। ਪਰ ਉਹ ਕਹਿੰਦੇ ਨੇ ਕਿ ਮੈਂ ਜਦੋਂ ਇਹ ਰਸਤਾ ਚੁਣ ਲਿਆ, ਕੀ ਕੀਤਾ? ਇੰਦਰੀਆਂ ਨੂੰ ਅੰਤਰਮੁਖੀ ਕੀਤਾ। ਮੈਂ ਉਹ ਦੱਸਿਆ ਨਹੀਂ ਹੈ, ਪਰ ਮਤਲਬ ਉਹਨਾਂ ਦਾ ਉਹੀ ਹੈ। ਭਗਤੀ ਕੀਤੀ ਹੈ, ਜਪ ਕੀਤਾ ਹੈ, ਤਪ ਕੀਤਾ ਹੈ, ਫਿਰ ਮੈਨੂੰ ਸੰਜਮ ਵੀ ਮੈਂ ਕੀਤਾ ਹੈ। ਸੰਜਮ ਦਾ ਮਤਲਬ ਹੁੰਦਾ ਹੈ ਕੋਈ ਚੀਜ਼ ਹੈਗੀ ਹੈ, ਆਪਾਂ ਦੇਖੀਏ ਆਪਾਂ ਬਾਜ਼ਾਰ ਜਾਂਦੇ ਹਾਂ, ਆਪਾਂ ਸਾਰਾ ਕੁਝ ਥੋੜ੍ਹੀ ਖਰੀਦ ਲੈਂਦੇ ਹਾਂ। ਆਪਣਾ ਦਿਲ ਤੇ ਕਰਦਾ ਕਿ ਉਹ ਇੱਕ ਕਾਰ 4-5 ਕਰੋੜ ਦੀ ਵੀ ਹੁੰਦੀ ਹੈ, ਪਰ ਆਪਾਂ ਕਹਿੰਦੇ ਆਪਣੇ ਬਜਟ ਦੇ ਹਿਸਾਬ ਨਾਲ ਕਿ ਆਪਾਂ ਨੂੰ ਕਿੰਨਾ ਕੁ ਆਪਣੀਆਂ ਇਹਦੀਆਂ ਕਿਸ਼ਤਾਂ ਵੀ ਦੇਣੀਆਂ ਹੈ, ਆਪਾਂ ਕਹਿੰਦੇ ਕਿ ਮੇਰੀ ਤਨਖਾਹ ਵੀ ਕਿੰਨੀ ਆ, ਔਰ ਬੱਚਿਆਂ ਦੀ ਵੀ ਪੜ੍ਹਾਈ ਦੇ ਖਰਚੇ ਨੇ, ਐਰਾ ਵਗੈਰਾ ਆਪਾਂ ਸਾਰਾ ਸੋਚਦੇ ਹਾਂ। ਪਰ ਜਦੋਂ ਅਸੀਂ ਸੰਜਮ ਕਰਦੇ ਹਾਂ ਤੇ ਉਹਦੇ ਨਾਲ ਕਿੰਨਾ ਸਾਡੀ ਜ਼ਿੰਦਗੀ ਦੇ ਵਿੱਚ ਨਾ ਸਮੂਥਨੈਸ ਆਉਂਦੀ ਹੈ। ਤੇ ਜਦੋਂ ਤੁਸੀਂ ਸੰਜਮ ਹੀ ਨਹੀਂ ਕਰੋਗੇ, ਦਿਲ ਕੀਤਾ, ਮਨ ਕਹਿੰਦਾ ਵੀ ਆਹ ਵੀ ਲਿਆ, ਫਿਰ ਇੰਨਾ ਕਰਜ਼ਾ ਚੜ ਜਾਊਗਾ, ਫਿਰ ਤੁਹਾਡਾ ਜੀਵਨ ਬੜਾ ਔਖਾ ਹੋ ਜਾਊ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਇਹ ਚੀਜ਼ ਨੂੰ ਆਪ ਮੰਨਦੇ ਜੋ ਨਾ, ਆਪਾਂ ਉੱਥੇ ਤੇ ਸੰਜਮ ਵਰਤਦੇ ਹਾਂ। ਇਸੇ ਹੀ ਤਰ੍ਹਾਂ ਭੋਗਾਂ ਦੇ ਵਿੱਚ ਜਦੋਂ ਭੋਗ ਆ ਇਹ ਨਾ ਦੇਖੋ, ਜਿਹੜੀ ਪ੍ਰਮਾਤਮਾ ਨੇ ਡੈਫੀਨੇਸ਼ਨ ਸਾਡੇ ਲਈ ਤਿਆਰ ਕੀਤੀ ਹੈ, ਬੜੀ ਜ਼ਬਰਦਸਤ ਕੀਤੀ ਹੈ। ਪਹਿਲਾਂ ਬਚਪਨ ਹੈ, ਫਿਰ ਜਵਾਨੀ ਤੋਂ ਬਾਅਦ ਫਿਰ ਸਾਨੂੰ ਭੋਗ ਮਿਲਦਾ। ਭੋਗ ਦਾ ਮਤਲਬ ਇਹ ਹੁੰਦਾ ਕਿ ਇੱਕ ਉਮਰ ਆ ਜਾਂਦੀ, ਸਾਡਾ ਵਿਆਹ ਹੋ ਜਾਂਦਾ ਹੈ, ਅਸੀਂ ਗ੍ਰਸਤ ਜੀਵਨ ਨੂੰ ਵੀ ਹੰਡਾਉਂਦੇ ਹਾਂ। ਤਾਂਹੀਓ ਗੁਰੂਆਂ ਨੇ ਸਾਨੂੰ ਪ੍ਰੋਪਰਲੀ ਦੱਸਿਆ ਹੈ। ਉਹਨਾਂ ਨੇ ਪ੍ਰਮਾਤਮਾ ਦੀ ਫਿਲਾਸਫੀ 'ਚ ਚੇਂਜਿਸ ਨਹੀਂ ਕੀਤੀ। ਆਪ ਜਸਟ ਨੋਟਿਸ ਕਰੋ ਉਹ ਚੀਜ਼ ਨੂੰ। ਉਹ ਕਹਿੰਦੇ ਕਿ ਤੂੰ ਭੋਗ ਵੀ ਲੈ, ਵਿਆਹ ਕਰਾ, ਫਿਰ ਬੱਚੇ ਪੈਦਾ ਕਰ, ਗ੍ਰਸਤ 'ਚ ਜਾ। ਫਿਰ ਉਸ ਤੋਂ ਬਾਅਦ ਕਹਿੰਦੇ ਆ ਕਿ ਜਦੋਂ ਤੇਰਾ ਸੰਸਾਰ ਦੇ ਵਿੱਚ ਤੂੰ ਹੌਲੀ ਹੌਲੀ ਵੇਖੀ, ਇੱਕ ਸਮਾਂ ਆ ਜਾਊਗਾ ਤੇ ਤੂੰ ਡੀ ਅਟੈਚ ਹੋਣਾ ਹੈ। ਮਤਲਬ ਕਹਿਣ ਤੋਂ ਭਾਵ ਹੈ ਇਹ ਪ੍ਰਕਿਰਤੀ 'ਚ ਆਪਣਾ ਫਰਜ਼ ਵੀ ਨਿਭਾਉਣਾ ਹੈ, ਔਰ ਪਲੱਸ ਤੂੰ ਇੱਕ ਕਿਰਨ ਜੀ ਤੁਹਾਡਾ ਮਾਈਕ ਆਨ ਹੋ ਗਿਆ। ਤੂੰ ਮਤਲਬ ਇਹ ਵੀ ਕਰਨਾ ਹੈ ਸੰਸਾਰ ਦੇ ਵਿੱਚ ਰਹਿ ਕੇ, ਥੋੜਾ ਡੀ ਅਟੈਚ ਹੋਣਾ ਹੈ, ਔਰ ਵਾਨਪ੍ਰਸਤ ਹੋਣਾ ਨੇ। ਸਾਹਿਬ ਉਹਨੂੰ ਕਹਿ ਦੋ ਰਿਟਾਇਰਮੈਂਟ। ਵਾਨਪ੍ਰਸਤ ਦਾ ਮਤਲਬ ਉਹ ਲੋਕਾਂ ਨੇ ਗਲਤ ਕੱਢ ਲਿਆ ਸੀ। ਉਹ ਕੀ ਕਰਕੇ ਉਹਨਾਂ ਨੇ ਗ੍ਰਸਤੀ ਛੱਡੀ ਤੇ ਜੰਗਲ 'ਚ ਚਲ ਗਏ ਨਿਜਰ ਸਾਹਿਬ। ਵਾਨਪ੍ਰਸਤ ਦਾ ਮਤਲਬ ਹੈਗਾ ਵੀ ਸੰਸਾਰ ਤੋਂ ਜਿਹੜਾ ਜੋ ਆਪਾਂ ਜਿਹੜੇ ਹੈਗੇ ਆ ਮਤਲਬ ਇਨਵਰਟ ਕਰਨਾ ਹੈ। ਇਹੀ ਜੰਮ ਤੇ ਉਲਟ ਪਏ ਹੈ ਰਾਮ ਵੱਲ ਨੂੰ ਬਿਰਤੀ ਲਾਉਣੀ, ਗਿਆਨ ਇੰਦਰੀਆਂ ਕਰਮ ਇੰਦਰੀਆਂ ਉੱਧਰ ਨੂੰ ਲਿਜਾਣੀਆਂ, ਮਨ ਨੂੰ ਉੱਧਰ ਨੂੰ ਲਿਜਾਣਾ, ਸੁਰਤ ਉੱਧਰ ਨੂੰ ਲਿਜਾਣੀ। ਹਾਂ, ਹੁਣ ਵਾਨਪ੍ਰਸਤ ਦਾ ਮਤਲਬ ਹੈ ਕਿ ਰਹਿਣਾ ਸੰਸਾਰ 'ਚ ਤੇ ਕਹਿੰਦਾ ਸਰੀਰ ਸੰਸਾਰ 'ਚ ਤੇ ਅੱਖ ਯਾਰ ਵੱਲ। ਏਦਾਂ ਦੀ ਗੱਲਬਾਤ ਹੈਗੀ ਆ ਕਿ ਜਿਹੜੀ ਆਪਣੀ ਸੋਚ ਆ ਉਹ ਵੈਸੇ ਰੱਖਣ ਦੀ ਲੋੜ ਨਹੀਂ ਆ ਤੁਹਾਨੂੰ। ਇਹ ਤੇ ਬਿਲਕੁਲ ਹੀ ਤੁਸੀਂ ਮਨ 'ਚੋਂ ਵਰਕਾ ਪਾੜ ਦੋ। ਏਦਾਂ ਥੋੜੀ ਰਾਹ ਪਰਮਾਤਮਾ ਯਾਦ ਆਉਂਦਾ, ਨਹੀਂ ਆਉਂਦਾ। ਪਰ ਜਦੋਂ ਤੁਹਾਡੇ ਇੰਟਰਨਲ ਜਿਹੜਾ ਮਨ ਜਦੋਂ ਰੋਸਟ ਹੋ ਗਿਆ, ਮਨ ਨੇ ਰੋਸਟ ਹੋਣਾ ਤੇ ਉਹਦੀ ਕੀ ਪਛਾਣ ਹੋਊਗੀ। ਔਰ ਨਿੱਜਰ ਸਾਹਿਬ ਸਾਡੇ ਜ਼ਿੰਦਗੀ ਦੇ ਵਿੱਚ ਜਿਹੜਾ ਨਾ ਵਿਰਾਗ ਪੈਦਾ ਹੋਣਾ, ਅਸੀਂ ਵਿਰਾਗੀ ਹੋ ਜਾਵਾਂਗੇ। ਔਰ ਵਿਰਾਗੀ ਦਾ ਤੁਸੀਂ ਦੱਸੋ ਕੋਈ ਉਦਾਹਰਨ? ਵਿਰਾਗੀ ਦਾ ਮਤਲਬ ਹੈਗਾ ਕਿ ਬਈ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਉਹ ਚੀਜ਼ ਜਿਸ ਪ੍ਰਕਿਰਤੀ ਜਿਹੜੀ ਦੁਨੀਆ ਜਿਹੜੀ ਹੈਗੀ ਇਹ ਇਸ ਤੋਂ ਆਪਣਾ ਪ੍ਰੀਫਰੈਂਸ ਜਿਹੜਾ ਪਰਮਾਤਮਾ ਨੂੰ ਦੇਤਾ। ਮਾਲਕ ਵਾਲਾ ਰਸਤਾ ਜਿਹੜਾ ਹੈਗਾ ਆਪਾਂ ਨੂੰ ਚੰਗਾ ਲੱਗਣ ਲੱਗ ਗਿਆ। ਇਹ ਸਵਾਦ ਔਰ ਭੋਗ ਜਿਹੜੇ ਹੈਗੇ ਇਹਨਾਂ ਤੋਂ ਆਪਾਂ ਨੂੰ ਵਿਰਾਗ ਆ ਗਿਆ। ਹਾਂ, ਹੁਣ ਕਬੀਰ ਜੀ ਉਪਰੀ ਤੁਕ 'ਚ ਇਹੋ ਗੱਲ ਕਰਦੇ ਨੇ, ਕਹਿੰਦੇ ਨੇ ਕਿ ਜਿਹੜਾ ਜੰਮ ਦਾ ਕੰਮ ਕਰ ਲਿਆ ਮਤਲਬ ਕਿ ਵਿਰਾਗ 'ਚ ਆ ਗਿਆ ਮੈਂ। ਉਹ ਅਵਸਥਾ ਦੀ ਗੱਲ ਕਰ ਰਹੇ ਨੇ। ਵਿਰਾਗ ਇੱਕ ਬਹੁਤ ਉੱਚੀ ਅਵਸਥਾ ਹੈ, ਸੰਤੋਖ ਵੀ ਬਹੁਤ ਉੱਚੀ ਅਵਸਥਾ ਹੈ। ਵਿਰਾਗ ਦਾ ਮਤਲਬ ਇਹ ਨਹੀਂ ਕਿ ਪਦਾਰਥ ਨਹੀਂ ਛੱਡਣੇ। ਇਹ ਨਾ ਮਨ 'ਚੋਂ ਕਿਤੇ ਸੋਚੋ ਕਿ ਕਾਰੋਬਾਰ ਛੱਡ ਕਰਕੇ ਆਪਾਂ ਜੰਗਲਾਂ 'ਚ ਚੱਲ ਜਾਣਾ ਹੈ, ਕੰਮ ਸਾਰੀਆਂ ਫੈਕਟਰੀਆਂ ਬੰਦ। ਕੰਮ ਆਪਾਂ ਉਸੇ ਤਰ੍ਹਾਂ ਹੀ ਕਰਨਾ ਹੈ, ਪਰ ਅੰਦਰ ਵਿਰਾਗ ਆ ਗਿਆ। ਪਹਿਲਾਂ ਉਹ ਸਾਨੂੰ ਪਦਾਰਥ ਖਿੱਚਣ ਦਿਆ ਸੀ, ਹੁਣ ਪਦਾਰਥ ਦੇ ਕੋਲ ਅਸੀਂ ਹੈਗੇ ਆ, ਪਰ ਕਮਲ ਦੇ ਵਾਂਗੂ ਥੋੜਾ ਉੱਪਰ ਆ ਗਏ। ਹੁਣ ਇਹ ਜਦੋਂ ਵਿਰਾਗ ਆ ਗਿਆ ਨਾ, ਇਹਨੇ ਕੀ ਕਰਨਾ ਹੈ ਕਿ ਚੇਤਨਾ ਨੂੰ ਚੁੱਕ ਕੇ 9 ਦਰਵਾਜ਼ਿਆਂ ਚੋਂ ਬੰਦ ਕਰਕੇ 10ਵੇਂ ਦੀਵਾਰ ਦੇ ਵਿੱਚ ਲੈਣਾ, ਜਿਹਨੂੰ ਨਿੱਜ ਕਰ ਕਹਿੰਦੇ ਆ ਆਪਾਂ, ਜਿਹਨੂੰ ਚੌਥਾ ਪਦ ਕਹਿੰਦੇ ਆ। ਚੌਥੇ ਪਦ ਦਾ ਮਤਲਬ ਹੈਗਾ ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ।
ਇਹਨਾਂ ਦੇ ਵਿੱਚ ਪ੍ਰਕਿਰਤੀ ਕੰਮ ਕਰਦੀ ਹੈ। ਸਤੋਗੁਣ ਬੈਲੈਂਸ ਕਰਦਾ ਰਜੋ ਤੇ ਤਮੋ ਦੇ ਵਿਚਕਾਰ ਨੂੰ। ਜਿਹਦਾ ਤੱਕ ਜੋ ਛਾਪਾ ਨਹੀਂ ਲੱਗਾ ਹੁੰਦਾ ਦੋ ਸਾਈਡ ਤੇ ਵਿਚਕਾਰ ਇੱਕ ਪੈਂਡਲਮ ਜਿਹਾ ਹੁੰਦਾ, ਨੇਚਰ ਸਾਹਿਬ ਸਹੀ ਹੈ ਬਿਲਕੁਲ, ਉਹ ਸਾਨੂੰ ਬੈਲੈਂਸ ਕਰਦਾ ਹੈ। ਉਹ ਪ੍ਰਕਿਰਤੀ ਦੇ ਵਿੱਚ ਇੱਕ ਅਨੁਸ਼ਾਸਨ ਬਣਾਇਆ ਜਿਹਨੂੰ ਧਰਮ ਕਹਿ ਲਈਏ ਆਪਾਂ। ਸਤੋਗੁਣ ਦਾ ਮਤਲਬ ਧਰਮ ਆ। ਤੂੰ ਇੱਧਰ ਵੀ ਨਾ ਜਾ, ਤੂੰ ਇੱਧਰ ਵੀ ਨਾ ਜਾ। ਗ੍ਰਸਤੀ ਜਿੱਦਾਂ ਕਹਿ ਲਓ ਸਤੋਗੁਣ, ਮੈਂ ਹੋਰ ਕੁਛ ਸਮਝਾਵਾਂ, ਜਿੱਦਾਂ ਇੱਕ ਸੜਕ ਤੇ ਤਿੰਨ ਟਰੈਕ ਹੁੰਦੇ ਆ। ਇੱਕ ਬਿਲਕੁਲ ਸਾਈਡ ਤੇ ਹੁੰਦਾ ਵਾ, ਇੱਕ ਵਿਚਕਾਰ ਹੁੰਦਾ ਤੇ ਇੱਕ ਹੁੰਦਾ ਹਾਈ ਟਰੈਕ। ਹਾਈ ਸਪੀਡ ਦਾ ਮਤਲਬ ਬਹੁਤ ਜ਼ਿਆਦਾ ਫਾਸਟ। ਉਹ ਰਜੋ ਗੁਣ ਕਹਿ ਲਓ ਕਿ ਤੁਸੀਂ ਉੱਥੇ ਬੈਠੇ ਜੋ, ਤੇ ਤਮੋ ਗੁਣ ਤੇ ਕੰਧੇ ਤੇ ਬੈਠੇ ਜੋ, ਦੋਨੇ ਹੀ ਕਿਨਾਰੇ ਤੇ ਆ। ਤੇ ਜਿਹੜਾ ਸਤੋ ਗੁਣ ਹੈ ਉਹ ਸੈਂਟਰਲਾਈਜ਼ ਹੈ। ਜੀਵਨ ਨੂੰ ਸੈਂਟਰ 'ਚ ਚਲਾਉਣਾ। ਕਹਿੰਦਾ ਹਾਈ ਤੇ ਵੀ ਚੱਲ ਜਾ, ਫਿਰ ਵਾਪਸ ਆ ਜਾ। ਲੋ ਤੇ ਜਾ, ਫਿਰ ਵਾਪਸ ਆ ਜੀ। ਇਹ ਨਾ ਹੋਵੇ ਕਿ ਲੋ ਦਾ ਮਤਲਬ ਹੁੰਦਾ ਡੇਂਜਰ, ਕਿਨਾਰੇ ਤੇ, ਉਹਦੇ ਅੱਗੇ ਜਗ੍ਹਾ ਨਹੀਂ ਹੈਗੀ। ਤੁਸੀਂ ਬਿਲਕੁਲ ਜੇ ਕੰਮ ਹੀ ਨਹੀਂ ਕਰੋਗੇ ਪੈਸਾ ਕਿੱਥੋਂ ਆਊਗਾ? ਠੀਕ ਹੈ ਨੇਜਰ ਸਾਹਿਬ? ਹਾਂਜੀ ਬਿਲਕੁਲ। ਇਹ ਸੱਜੇ ਬੰਨੇ ਚੱਲ ਕੇ ਹਾਈ ਤੇ ਚੱਲ ਗਏ, ਫਿਰ ਉਹਦਾ ਕੋਈ ਅੰਤ ਹੀ ਨਹੀਂ। ਉਹ ਤੇ ਸਪੀਡ ਵਧਾਈ ਹੋ, ਫਿਰ ਉਹਦਾ ਤੇ ਉਹ ਫਿਰ ਰੇਸ ਹੋ ਜੂਗੀ ਜ਼ਿੰਦਗੀ। ਚਲੋ ਇਹ ਗੱਲ ਹੋ ਗਈ। ਹੁਣ ਇੱਥੇ ਆਪਾਂ ਫਿਰ ਵਾਪਸ ਆਉਂਦੇ ਹਾਂ ਬਾਣੀ ਤੇ ਹੀ। ਇਹ ਕਹਿੰਦੇ ਦੁੱਖ ਬਿਨਸੇ ਸੁੱਖ ਕੀਓ ਵਿਸ਼ਰਾਮ। ਵਿਸ਼ਰਾਮ ਦਾ ਮਤਲਬ ਕੀ ਹੋ ਗਿਆ ਕਿ ਮੈਂ ਹੁਣ ਮੇਰੇ ਦੁੱਖ ਸੀ ਉਹ ਬਿਨਸ ਗਏ। ਦੇਖੋ ਇੱਥੇ ਚੀਜ਼ ਨੂੰ ਆਪ ਸਮਝਣ ਦੀ ਕੋਸ਼ਿਸ਼ ਕਰੋ। ਬਿਨਸੇ ਦਾ ਮਤਲਬ ਕੀ ਹੋਇਆ? ਬਿਨਸ ਗਏ ਮਤਲਬ ਚੀਜ਼ ਮੇਰੇ, ਹੁਣ ਮੈਂ ਦਵਾਈ ਖਾਧੀ ਤੇ ਬਿਮਾਰੀ ਨਿਕਲ ਗਈ ਸਰੀਰ ਚੋਂ। ਤੇ ਸਭ ਇਹ ਵੇਖੋ ਚੀਜ਼ਾਂ ਨੂੰ ਆਪ ਅੰਡਰਸਟੈਂਡ ਕਰੋ ਉਹਨਾਂ ਦੇ ਇਸ਼ਾਰੇ। ਬਿਲਕੁਲ। ਉਹ ਨਹੀਂ ਕਹਿੰਦੇ ਕਿ ਮੈਂ ਦੁੱਖਾਂ ਦਾ ਤਿਆਗ ਕਰ ਦਿੱਤਾ। ਬਿਲਕੁਲ। ਬਿਨਸ ਗਏ, ਕੋਈ ਚੀਜ਼ ਬਿਨਸ ਗਈ, ਟੁੱਟ ਗਈ। ਜਿੱਦਾਂ ਗੱਡੀ ਚੱਲੀ ਅੱਗੇ ਲੰਘ ਗਈ ਤੇ ਰੁੱਖ ਪਿੱਛੇ ਰਹਿ ਗਏ, ਟੁੱਟੇ ਫੁੱਟੇ ਖੱਟੇ ਉਹ ਪਿੱਛੇ ਛੁੱਟ ਗਏ, ਹੁਣ ਨਹੀਂ ਅੱਗੇ ਹੈਗੇ। ਇਸੇ ਹੀ ਤਰ੍ਹਾਂ ਜਦੋਂ ਆਪਾਂ ਬੰਦਗੀ ਕਰਦੇ ਹਾਂ ਤੇ ਸਾਡੇ ਜ਼ਿੰਦਗੀ 'ਚ ਦੁੱਖ ਘਟਣੇ ਚਾਹੀਦੇ ਆ। ਤੇ ਜੇ ਦੁੱਖ ਵੱਧ ਰਹੇ ਨੇ ਇਹਦਾ ਮਤਲਬ ਕਿ ਤੁਹਾਨੂੰ ਆਪਣੇ ਆਪ ਤੇ ਵੇਖਣ ਦੀ ਲੋੜ ਹੈ। ਕੁਛ ਤੇ ਗੜਬੜ ਹੋ ਰਹੀ ਹੈ। ਦੁੱਖ ਘਟਣੇ ਚਾਹੀਦੇ ਆ, ਸਵਾਲ ਹੀ ਨਹੀਂ। ਭਗਤੀ ਹੋਵੇ ਤੇ ਦੁੱਖ ਵੱਧ ਜਾਣ, ਏਦਾਂ ਨਹੀਂ ਹੁੰਦਾ। ਹਾਂਜੀ ਨੇਜਰ ਸਾਹਿਬ ਅੱਗੇ ਚੱਲੀਏ। ਬੈਰੀ ਉਲਟ ਪਏ ਹੈ ਮੀਤਾ। ਕਹਿੰਦੇ ਬੈਰੀ, ਹੁਣ ਬੈਰੀ ਕੌਣ ਸੀ? ਬੈਰੀ ਆਪਣੇ ਗਿਆਨ ਇੰਦਰੀ ਹੀ ਜਿਹੜੇ ਬੈਰੀ ਸੀਗੇ। ਗਿਆਨ ਇੰਦਰੇ ਕਰਮ ਇੰਦਰੇ ਜਿਹੜੇ ਹੈਗੇ ਇਹੀ ਜਿਹੜੇ ਹੈਗੇ ਸੁਰਤ ਨੂੰ ਜਿਹੜੇ ਹੈਗੇ ਬਾਹਰਮੁਖੀ ਜਿਹੜੇ ਹੈਗੇ ਪ੍ਰਾਣ ਸ਼ਕਤੀ ਜਿਹੜੀ ਮਿਲੀ ਹੋਈ ਸੀਗੀ ਪਰਮਾਤਮਾ ਨੂੰ ਜਿਹੜਾ ਹੈਗਾ ਆਪਣੀ ਆਤਮਾ ਨੂੰ ਖੋਜਣ ਵਾਸਤੇ, ਤੇ ਉਹਨੂੰ ਜਿਹੜੇ ਹੈਗੇ ਬਾਹਰਮੁਖੀ ਲੈ ਕੇ ਜਾ ਰਹੇ ਸੀ, ਵੇਸਟ ਕਰ ਰਹੇ ਸੀ, ਮਨੁੱਖੀ ਜੀਵਨ ਵੇਸਟ ਕਰ ਰਹੇ ਸੀ। ਬੈਰੀ ਸੀ। ਬੈਰੀ ਜਿਹੜਾ ਹੈਗਾ ਬੈਰੀ ਕੀ ਕਰਦਾ? ਨੁਕਸਾਨ ਕਰਦਾ ਆਪਣਾ। ਇਹ ਨੁਕਸਾਨ ਹੀ ਕਰੀ ਜਾ ਰਹੇ ਸੀਗੇ। ਬੈਰੀ ਉਲਟ ਪਏ ਹੈ ਮੀਤਾ। ਕਹਿੰਦੇ ਮਿੱਤਰ ਬਣ ਗਏ ਹੁਣ ਮੇਰੇ ਹੁਣ ਮੇਰਾ ਫਾਇਦਾ ਕਰਨ ਲੱਗ ਪਏ। ਹੁਣ ਇਹ ਵੀ ਚੱਲ ਪਏ ਇੱਧਰ, ਇਹਨਾਂ ਨੇ ਵੀ ਚੁੱਕ ਲਏ ਹਥਿਆਰ 'ਚ ਚੱਲ ਪਏ ਅੰਦਰ ਜਿਹੜੇ ਹੈ ਸੁਰਤ ਆਪਣੇ ਜਿਹੜੇ ਹੈਗੇ ਧਿਆਨ ਸਿਮਰਨ ਕਰਨ ਵਾਸਤੇ ਜਿਹੜਾ ਮੇਰੀ ਮਦਦ ਕਰਨ ਲੱਗ ਪਏ। ਪਹਿਲਾਂ ਵਿਰੋਧ ਕਰਦੇ ਸੀ, ਹੁਣ ਮਦਦ ਕਰਨ ਲੱਗ ਪਏ। ਸਾਕਤ ਉਲਟ ਸੁਜਨ ਪਏ ਚੀਤਾ। ਸਾਕਤ ਜਿਹੜਾ ਹੈਗਾ ਮੇਰੀ ਸੁਰਤ ਜਿਹੜੀ ਹੈਗੀ ਆ ਬਾਹਰਮੁਖੀ ਸੀਗੀ, ਹੁਣ ਜਿਹੜੀ ਹੈਗੀ ਮੇਰੀ ਸੁਰਤ ਅੰਤਰਮੁਖੀ ਹੋ ਗਈ ਆ। ਤੇ ਜਿਹੜਾ ਹੈਗਾ ਮੇਰਾ ਚਿੱਤ ਜਿਹੜਾ ਹੈਗਾ ਉਹ ਮਾਇਆ ਚਿੱਤ ਦੇ ਉੱਤੇ ਮਾਇਆ ਹੀ ਮਾਇਆ ਸੀਗੀ। ਹੁਣ ਜਿਹੜਾ ਹੈਗੇ ਇਹ ਮੇਰੀ ਸੁਰਤ ਜਿਹੜੀ ਹੈ ਸੱਜਣ ਬਣ ਗਈ। ਸੁਰਤ ਜਿਹੜੀ ਹੈਗੀ ਅੰਤਰ ਜਿਹੜੀ ਆਤਮਾ ਵੱਲ ਨੂੰ ਚੱਲ ਪਈ। ਹਾਂਜੀ ਗੁਰੂ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਜੀ। ਹੁਣ ਸਾਧ ਸੰਗਤ ਜੀ ਇੱਥੇ ਉਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਹੈ। ਇਹਦੇ ਬੈਰੀ ਜਿਹੜੇ ਸੀ ਉਲਟ ਪਏ ਹੈ ਮੀਤਾ। ਜਿਹੜੇ ਮੇਰੇ ਇੰਦਰੇ ਸੀ ਪੰਜੇ ਇੰਦਰੇ, ਉਹਨਾਂ ਨੇ ਕੀ ਕੀਤਾ ਕਿ ਹੌਲੀ ਹੌਲੀ ਕਰਕੇ ਆਪਣੇ ਸੁਭਾਅ ਦਾ ਤਿਆਗ ਕਰ ਦਿੱਤਾ। ਬਿਲਕੁਲ। ਪਹਿਲਾਂ ਤੇ ਕਾਫੀ ਪਾਵਰਫੁਲ ਹੈ, ਤੁਹਾਨੂੰ ਪਤਾ ਹੀ ਹੈ ਉਹਨਾਂ ਦਾ ਰੂਪ। ਬਿਲਕੁਲ। ਉਹਨਾਂ ਨੂੰ ਹੌਲੀ ਹੌਲੀ ਕਮਜ਼ੋਰ ਹੋ ਜਾਣਾ। ਨਹੀਂ, ਕਮਜ਼ੋਰ ਨਹੀਂ ਹੋਣਾ, ਉਹ ਆਪੇ ਸ਼ਾਂਤ ਹੋ ਜਾਂਦੇ ਆ। ਜਿਹਦੇ ਕੋ ਆਪ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਕੋਈ ਵੀ ਚੀਜ਼ ਆ, ਅਸਕਰ ਹੁਣ ਗਮਲੇ ਦੇ ਵਿੱਚ ਇੱਕ ਵੇਲ ਲੱਗੀ ਆ ਤੇ ਵੇਲ ਨੂੰ ਪਾਣੀ ਪੈਂਦਾ ਤੇ ਨੇਜਰ ਸਾਹਿਬ ਤਾਂ ਹੀ ਉਹ ਸਟਰੋਂਗ ਆ, ਹਰੀ ਭਰੀ ਤਾਂ ਹੀ ਆ। ਬਿਲਕੁਲ। ਜੇ 2-4 ਮਹੀਨੇ ਪਾਣੀ ਨਾ ਪਾਓਗੇ ਕੀ ਹੋਊਗਾ? ਉਹਦਾ ਕੁਝ ਸ਼ਕਤੀ ਹੋਊਗੀ? ਸੁੱਕ ਜਾਏਗੀ। ਹਾਂ, ਇਸੇ ਹੀ ਤਰ੍ਹਾਂ ਜਦੋਂ ਤੁਸੀਂ ਚੇਤਨ ਹੋ ਰਹੇ ਜੋ, ਤੁਸੀਂ ਜਾਗ ਰਹੇ ਜੋ, ਪਹਿਲਾਂ ਤੇ ਜੀਵਨ ਬੇਹੋਸ਼ੀ ਚ ਲੰਘ ਗਿਆ। ਉਹ ਕਦਾ ਜੀਵਨ ਸੀ? ਤਾਂ ਸੁੱਤਿਆ ਸੀ, ਸੁਪਨੇ ਵਾਲਾ ਹਿਸਾਬ। ਤਾਂ ਹੀ ਉਹ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਸੀ ਨਾ। ਤੁਸੀਂ ਕੋਈ ਵੀ ਕਰਮ ਕਰਦੇ ਸੀ ਉਹ ਤੁਹਾਡੀ ਨਹੀਂ ਜ਼ਿੰਮੇਵਾਰੀ ਨਹੀਂ ਸੀ। ਪਰ ਹੁਣ ਜਾਗਰਤ ਹੋ ਰਹੇ ਜੋ, ਤੁਸੀਂ ਜਾਗ ਰਹੇ ਜੋ ਅੰਦਰ, ਤੁਹਾਡੇ ਅੰਦਰ ਚੇਤਨਾ ਪ੍ਰਗਟ ਹੋ ਰਹੀ ਹੈ। ਚੇਤਨਾ ਜਦੋਂ ਬ੍ਰਹਮ ਗਿਆਨੀ ਨੂੰ ਕੋਈ ਬੰਦਾ ਮਾਰ ਦਿੰਦਾ ਨਾ, ਉਹ ਧਰਤੀ ਸੜ ਜਾਂਦੀ ਆ। ਉਹ ਏਰੀਆ ਉਹਨਾਂ ਜਿਹਦਾ ਨਿਊਕਲੀਅਰ ਬੰਬ ਨਹੀਂ ਚੱਲਦਾ, ਵੇਖਿਆ ਹੋਣਾ ਤੁਸੀਂ, ਕਿੰਨਾ ਏਰੀਆ 'ਚ ਉੱਥੇ ਰੇਡੀਏਸ਼ਨ ਹੁੰਦੀ ਆ ਤੇ ਬਾਅਦ ਦੇ ਵਿੱਚ ਕਿੰਨੇ ਸਦੀਆਂ ਤੱਕ ਉੱਥੇ ਉਹ ਚੀਜ਼ ਨਹੀਂ ਉਗਦੀ।
ਇਸੇ ਹੀ ਤਰ੍ਹਾਂ ਜਦੋਂ ਕੋਈ ਧਰਤੀ ਦੇ ਉੱਤੇ ਬ੍ਰਹਮ ਗਿਆਨੀ ਨੂੰ ਕੋਈ ਮਾਰ ਦਿੰਦਾ ਹੈ, ਉਹ ਧਰਤੀ ਦੇ ਉਸ ਏਰੀਏ 'ਚ ਬਹੁਤ ਜ਼ਿਆਦਾ ਮਾਈਨਸ ਪੁਆਇੰਟ ਹੋ ਜਾਂਦਾ, ਕਿਉਂਕਿ ਕਾਫੀ ਜ਼ਿਆਦਾ ਐਨਰਜੀ ਸੀ ਬੰਦੇ ਨੂੰ। ਚੇਤਨਾ ਹੁਣ ਪੱਥਰਾਂ 'ਚ ਥੋੜੀ ਚੇਤਨਾ ਹੈ, ਉਸ ਤੋਂ ਵੱਧ ਚੇਤਨਾ ਰੁੱਖਾਂ 'ਚ ਹੈ, ਉਸ ਤੋਂ ਵੱਧ ਚੇਤਨਾ ਹੈ ਜਾਨਵਰਾਂ ਜਨੂਵਰਾਂ 'ਚ ਹੈ, ਉਸ ਤੋਂ ਵੱਧ ਚੇਤਨਾ ਬੰਦਿਆਂ 'ਚ ਹੈ। ਪਰ ਬੰਦਿਆਂ ਦੇ ਵਿੱਚ ਵੀ ਜਦੋਂ ਕੋਈ ਬੰਦਾ ਬ੍ਰਹਮ ਗਿਆਨੀ ਬਣ ਜਾਂਦਾ ਹੈ, ਉਹ 'ਚ ਬਹੁਤ ਚੇਤਨਾ ਆ ਜਾਂਦੀ ਹੈ। ਚੇਤਨਾ ਮਤਲਬ ਕਿ ਬ੍ਰਹਮ ਨੂੰ ਜਾਣ ਲਿਆ ਉਹਨੇ, ਤੇ ਬਹੁਤ ਪਾਵਰ ਆ ਗਈ ਉਹਦੇ ਅੰਦਰ, ਉਹ ਬਹੁਤ ਪ੍ਰਗਟ ਹੈ। ਔਰ ਇਸ ਬੰਦੇ ਨੂੰ ਜਦੋਂ ਕੋਈ ਮਾਰਦਾ ਹੈ ਤੇ ਕਾਫੀ ਵੱਡੀ ਗੱਲ ਹੈ। ਇਸ ਲਈ ਬਾਣੀ ਕਹਿੰਦੀ ਹੈ ਕਿ ਸੰਤਾਂ ਦੀ ਨਿੰਦਿਆ ਨਾ ਕਰਿਆ ਕਰੋ। ਕੋਈ ਸੰਤ ਹੈਗਾ ਤੇ ਕੋਈ ਨਿੰਦਿਆ ਕੀਤੀ, ਤੁਸੀਂ ਨਾਲ ਹੀ ਤੁਹਾਡੇ ਤੇ ਅਸਰ ਹੋ ਜਾਣਾ ਉਹਦਾ। ਜੇ ਕੋਈ ਅਸਲੀ ਸੰਤ ਆ ਤੇ, ਜੇ ਨਕਲੀ ਫਿਰ ਕੋਈ ਗੱਲ ਨਹੀਂ, ਪਰ ਜੇ ਤੁਸੀਂ ਅਸਲੀ ਦੀ ਕਰ ਲਈ ਨਾ, ਜੈਸਾ ਉਹ એનર્ਜੀ ਆਉਣੀ ਹੈ ਤੁਹਾਡੇ ਵੱਲ, ਬਿਲਕੁਲ ਆਏਗੀ ਜੀ, ਬਿਲਕੁਲ ਆਏਗੀ। ਜਿਹੜਾ ਬੰਦਾ ਵੀ ਧਿਆਨ ਸਿਮਰਨ ਕਰ ਰਿਹਾ, ਦਿਲੋਂ ਅੰਦਰੋਂ ਕਰ ਰਿਹਾ ਆ, ਜੇ ਉਹਦਾ ਆਪਾਂ ਕੁਛ ਵੀ ਉਹਦਾ ਮਤਲਬ ਜਿਹੜਾ ਹੈਗਾ ਨੈਗੇਟਿਵ ਉਹਦੇ ਬਾਰੇ ਸੋਚ ਲਿਆ ਤੇ ਆਪਣੇ ਅੰਦਰ ਗੜਬੜ ਹੋ ਜਾਣੀ ਭਾਈ। ਆਹੋ, ਤੁਹਾਡੇ ਉੱਥੇ ਘਰੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਮੈਂ ਆਹ ਕੰਮ ਕੀਤਾ ਵਾ, ਤੁਹਾਨੂੰ ਉਹਦੇ ਬੰਬ ਤੁਸੀਂ ਮੁੱਕਾ ਨਹੀਂ ਮਾਰ ਦਈਦਾ, ਮੁੱਕੇ ਵਾਂਗੂ ਤੁਹਾਨੂੰ ਵੱਜਣੀ ਉਹ ਚੀਜ਼ ਆ ਕੇ। ਅਸਲੀ ਬੰਦੇ ਦੀ ਨਿੰਦਿਆ ਕਰਨੀ। ਇਸ ਲਈ ਕਹਿੰਦੇ ਸੰਤਾਂ ਦੀ ਨਿੰਦਿਆ ਨਹੀਂ ਕਰੀ ਹੁੰਦੀ, ਕਿਉਂਕਿ ਬਹੁਤ ਪਾਵਰਫੁਲ ਚੀਜ਼ ਹੈ ਤੇ ਉੱਥੇ ਉਸ ਤੋਂ ਦੂਰ ਰਹਿਣਾ ਚਾਹੀਦਾ। ਹੁਣ ਇੱਥੇ ਕਹਿੰਦੇ ਨੇ ਜਦੋਂ ਹੁਣ ਕਹਿੰਦੇ ਕਿ ਬੈਰੀ ਗਏ ਹਨਾ, ਮੀਤ ਹੋ ਗਏ ਮੇਰੇ, ਮੈਂ ਤੇ ਕਿਉਂ ਹੋ ਗਏ ਇੰਦਰੇ, ਜਿਹੜੇ ਗਿਆਨ ਇੰਦਰੇ ਸਨ ਮੇਰੇ, ਕਰਮ ਇੰਦਰੇ, ਉਹ ਮੇਰੇ ਦੋਸਤ ਬਣ ਗਏ ਆ। ਔਗਣ ਵੀ ਜਿਹੜੇ ਸੀ ਉਹ ਵੀ ਮੇਰੇ ਦੋਸਤ ਬਣ ਗਏ। ਕਹਿਣ ਤੋਂ ਬਸ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਗੱਲ ਕਰਦੇ, ਕਿਉਂਕਿ ਹੁਣ ਉਹਨਾਂ ਨਾਲ ਆਪਣੀ ਦੋਸਤੀ ਹੋ ਗਈ ਆ। ਦੁਸ਼ਮਣੀ ਦਾ ਮਤਲਬ ਹੁਣ ਦੇਖੋ, ਇੱਕ ਦੋਸਤ ਇੱਕ ਦੁਸ਼ਮਣ ਤੇ ਬੜਾ ਫਰਕ ਹੁੰਦਾ ਹੈ। ਪਰ ਦੁਸ਼ਮਣ ਦੇ ਨਾਲ ਸਾਡੀ ਜੋ ਦੋਸਤੀ ਹੋ ਜਾਂਦੀ, ਫਿਰ ਸਾਨੂੰ ਤਾਂ ਡਰ ਨਹੀਂ ਹੁੰਦਾ ਨਿੱਜਾ ਸਾਹਿਬ। ਸਹੀ ਆ, ਬੜੀ ਵੱਡੀ ਗੱਲ ਜੇ ਅੰਡਰਸਟੈਂਡਿੰਗ। ਨਿੱਜਾ ਸਾਹਿਬ ਆਪਾਂ ਤੁਸੀਂ ਮੈਂ ਆਪਾਂ ਦੁਸ਼ਮਣ ਸੀ, ਬਹੁਤ ਵੱਡੇ ਦੁਸ਼ਮਣ ਸੀ, ਜਾਨੀ ਦੁਸ਼ਮਣ ਸੀ, ਫਿਰ ਆਪਾਂ ਦੋਸਤ ਬਣ ਗਏ ਤੇ ਫਿਰ ਖਤਮ ਹੋ ਗਈ ਨਾ ਕਹਾਣੀ ਦੁਸ਼ਮਣੀ। ਉਹ ਡਰਨ ਵਾਲਾ ਕੰਮ ਖਤਮ ਹੋ ਗਿਆ ਨਾ। ਇਸ ਲਈ ਕਹਿੰਦੇ ਕਿ ਦੇਖੋ ਇਸ ਚੀਜ਼ ਨੂੰ ਆਪ ਅੰਡਰਸਟੈਂਡ ਕਰੋ ਕਿ ਬਾਣੀ ਫਿਰ ਇਹ ਗਹਿਰੀ ਗੱਲ ਕਹਿ ਗਏ ਨੇ। ਉਹ ਕਹਿੰਦੇ ਨੇ ਕਿ ਕਾਮ, ਕ੍ਰੋਧ, ਲੋਭ, ਮੋਹ ਮਰ ਨਹੀਂ ਗਏ, ਇਹ ਤਾਂ ਦੋਸਤ ਹੋ ਗਏ ਮੇਰੇ। ਹੁਣ ਕੀ ਕਹਿੰਦੇ ਜੀ ਸਾਹਿਬ, ਔਗਣ ਸੀ ਚਾਹੇ ਕੋਈ ਵੀ ਸੀ, ਚਾਹੇ ਇੰਦਰੀਆਂ ਦੇ ਰੂਪ ਚ ਲਾ ਲਓ, ਉਹ ਮਰ ਨਹੀਂ ਗਏ, ਮੇਰੇ ਮੀਤ ਹੋ ਗਏ, ਮੇਰੇ ਦੋਸਤ ਹੋ ਗਏ, ਮੇਰੀ ਅੰਡਰਸਟੈਂਡਿੰਗ ਕਰਦੇ। ਹੁਣ ਪਹਿਲਾਂ ਤੇ ਦੁਸ਼ਮਣ ਸੀ ਨਾ, ਉਹਨਾਂ ਨੇ ਮੈਨੂੰ ਫਾਈਟ ਕਰਨੀ ਪੈ ਰਹੀ ਸੀ, ਪਰ ਹੁਣ ਹੈਗੇ ਨੇ, ਪਰ ਹੁਣ ਮੈਨੂੰ ਉਹਨਾਂ ਤੋਂ ਡਰ ਨਹੀਂ। ਹਾਂਜੀ ਨਿਜਾ ਸਾਹਿਬ। ਹਾਂ, ਸਾਕਤ ਉਲਟ ਸੁਜਨ ਪਏ ਚੀਤਾ। ਸਾਕਤ ਕਹਿੰਦੇ ਪਹਿਲਾਂ ਰੱਬ ਤੋਂ ਟੁੱਟਾ ਹੋਇਆ ਸੀ ਮੈਂ, ਸਾਕਤ ਸੀਗਾ। ਸਾਕਤ ਕਹਿੰਦੇ ਜਿਹੜਾ ਰੱਬ ਵਾਲੇ ਪਾਸੇ ਬਿਲਕੁਲ ਉਸ ਪਾਸੇ ਬਿਲਕੁਲ ਹੈ ਹੀ ਨਹੀਂ, ਇੰਟਰਸਟ ਹੀ ਨਹੀਂ ਹੈ ਰੱਬ ਵਾਲੇ ਪਾਸੇ। ਹੁਣ ਕਹਿੰਦੇ ਆ ਮੇਰੇ ਅੰਦਰ ਸ਼ੁਭ ਗੁਣ ਪੈਦਾ ਹੋ ਗਏ, ਮੇਰੇ ਜਿਹੜੇ ਹੈਗੇ ਸਾਰੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਜਿਹੜੀਆਂ ਹੈਗੀਆਂ, ਇਹ ਮੇਰੀ ਹੈਲਪ ਕਰਨ ਲੱਗ ਪਈ। ਮੇਰਾ ਚਿੱਤ ਜਿਹੜਾ ਹੈਗਾ ਹੁਣ ਰੱਬ ਵਾਲੇ ਪਾਸੇ ਨੂੰ ਜਿਹੜਾ ਹੈਗਾ, ਮੇਰੇ ਚਿੱਤ ਰੱਬ ਵਾਲੇ ਪਾਸੇ ਲੱਗ ਗਿਆ ਮੇਰਾ। ਹੁਣ ਸੁਰਤ ਮੇਰੀ ਰੱਬ ਵਾਲੇ ਪਾਸੇ ਹੋ ਗਈ। ਹਾਂਜੀ ਬਿਲਕੁਲ ਠੀਕ ਹੈ ਜੀ। ਹੁਣ ਕਹਿੰਦੇ ਸਾਕਤ ਉਲਟ ਸੁਜਨ ਪਏ ਚੀਤਾ। ਹੁਣ ਕਹਿੰਦੇ ਕਿ ਜਦੋਂ ਦਾ ਮੈਂ ਉਹ ਆਨੰਦ ਰੂਪੀ ਮਹਾਸਾਗਰ ਦੇ ਰਸ ਨੂੰ ਪੀ ਲਿਆ ਵਾ, ਉੱਪਰ ਕਹਿੰਦੇ ਦੇ ਨਾ, ਆਹ ਵੇਖੋ ਉੱਪਰ ਕਿਆ ਵਿਸ਼ਰਾਮ ਦੀ ਗੱਲ ਕਰਦੇ ਨਾ, ਦੁੱਖ ਬਿਨ ਸੇ ਸੁਖ ਕੀਓ ਵਿਸ਼ਰਾਮ, ਹਨਾ। ਬਿਲਕੁਲ। ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਕਹਿੰਦੇ ਕਿ ਮੇਰੇ ਜੀਵਨ ਚ ਕਿਤੇ ਦਇਆ ਆ ਗਈ, ਬੜਾ ਵੱਡਾ ਗੁਣ, ਦਇਆ ਆ ਗਈ ਹੈ, ਧੀਰਜ ਆ ਗਿਆ, ਸਿੱਧਕ ਆ ਗਿਆ। ਔਰ ਜਿਹੜੇ ਬੰਦੇ ਦੀ ਜ਼ਿੰਦਗੀ ਸਿੱਧਕ ਨਹੀਂ ਹੈਗਾ ਨਾ, ਉਹ ਬੰਦਾ ਬੜਾ ਖਤਰਨਾਕ ਜੀਵਨ ਬਤੀਤ ਕਰਦਾ। ਸਿੱਧਕ ਦਾ ਮਤਲਬ ਬੜਾ ਇੱਕ ਗਹਿਰਾ ਮੀਨਿੰਗ ਹੈਗਾ। ਹੁਣ ਕਹਿੰਦੇ ਕਿ ਸਾਕਤ ਉਲਟ ਸੁਜਨ ਪਏ ਚੀਤਾ, ਕਿ ਮੇਰੇ ਹੁਣ ਜਿਹੜਾ ਮੇਰਾ ਅੰਤਰਾਕਰਨ ਸੀ, ਹੁਣ ਪਹਿਲਾਂ ਸੰਸਾਰ ਦੇ ਵਿੱਚ ਭੱਜਾ ਫਿਰਦਾ ਸੀ, ਪਰ ਹੁਣ ਮੈਨੂੰ ਸਿੱਧਕ ਮਿਲ ਗਿਆ। ਕੀ ਫਲਾਨੇ ਆ, ਉਹ ਕਹਿੰਦਾ ਨਾ ਕਿ ਨਿੱਜਾ ਸਾਹਿਬ ਮੇਰਾ ਢਿੱਡ ਤੇ ਭਰ ਗਿਆ, ਪਰ ਮੇਰੀ ਨੀਅਤ ਨਹੀਂ ਰਹੀ। ਤੁਸੀਂ ਕਿਹਾ ਹੋਊਗਾ ਨਾ ਕਿਤੇ ਕੋਈ ਆਮ ਬੰਦੇ ਨੂੰ, ਤੁਸੀਂ ਵੇਖ ਲਓ ਤੁਹਾਡੇ ਨਾਲ ਵੀ ਆਊਗਾ, ਤੁਸੀਂ ਚੌਲ ਖਾ ਲਏ ਜਾਂ ਕੋਈ ਹੋਰ ਸਵਾਦੀ ਭੋਜਨ ਖਾ ਲਿਆ, ਤੁਸੀਂ ਕਹੋਗੇ ਢਿੱਡ ਤੇ ਭਰ ਗਿਆ ਪਰ ਨੀਅਤ ਨਹੀਂ ਰਹੀ। ਉਹ ਨੀਅਤ ਬੜੀ ਖਤਰਨਾਕ ਚੀਜ਼ ਹੁੰਦੀ। ਉਹ ਵੇਖ ਲਓ ਖਾਣਾ ਖਾ ਵੀ ਲਿਆ ਪਰ ਢਿੱਡ ਭਰ ਗਿਆ, ਉੱਥੇ ਜਗ੍ਹਾ ਵੀ ਨਹੀਂ ਹੈਗੀ, ਉਹ ਬੰਦਾ ਕਹਿੰਦਾ ਨੀਅਤ ਨਹੀਂ ਰਹੀ। ਪਰ ਇੱਥੇ ਕਹਿੰਦੇ ਕਿ ਮੈਂ ਰੱਜ ਜਾਵਾਂ। ਠੀਕ ਹੈ ਨਿੱਜਾ ਸਾਹਿਬ। ਜਿਹੜਾ ਸੰਸਾਰ ਸੀ, ਜਦੋਂ ਮੈਂ ਸੰਸਾਰ ਦੇ ਵੱਲ ਭੱਜ ਰਿਹਾ ਸੀ ਤੇ ਭੁੱਖ ਵੱਧ ਰਹੀ ਸੀ, ਪਰ ਜਦੋਂ ਦਾ ਮੈਂ ਸੁਜਨ ਪਏ ਚੀਤਾ, ਮੈਂ ਹੁਣ ਪਰਮਾਤਮਾ ਦੇ ਵੱਲ ਆ ਗਿਆ। ਹੁਣ ਸੰਸਾਰ ਚ ਮੈਨੂੰ ਉਹਨੇ ਖਿੱਚ ਨਹੀਂ ਰਹਿ ਗਈ। ਹੁਣ ਮੈਂ ਰੱਜ ਗਿਆ, ਤ੍ਰਿਪਤ ਹੋ ਗਿਆ। ਕਦੋਂ ਹੋ ਗਿਆ? ਜਿਉਂ ਦਾ ਮੈਂ ਪਰਮਾਤਮਾ ਦਾ ਦਰ ਫੜ ਲਿਆ। ਹਾਂਜੀ ਨਿੱਜਾ ਸਾਹਿਬ। ਅਬ ਮੋਹੇ ਸਰਵ ਕੁਸ਼ਲ ਕਰ ਮਾਨਿਆ। ਕਹਿੰਦੇ ਹੁਣ ਮੇਰਾ ਜਿਹੜਾ ਹੈਗਾ ਨਾ
ਚਾਰੋਂ ਪਾਸੇ ਜਿਹੜਾ ਹੈਗਾ ਮੇਰੇ ਅੰਦਰ ਖੁਸ਼ਹਾਲੀ ਆ ਗਈ, ਕਹਿੰਦੇ ਸਰਬ ਕੁਸ਼ਲ, ਕਹਿੰਦੇ ਮੇਰੇ ਅੰਦਰ ਚਾਰੋਂ ਪਾਸਿਓਂ ਖੁਸ਼ਹਾਲੀ ਆ ਗਈ। ਕਦੋਂ ਦੀ, ਕਿਵੇਂ? ਸ਼ਾਂਤ ਪਈ ਕਿ ਸ਼ਾਂਤੀ ਆ ਗਈ, ਕਹਿੰਦੇ ਜਬ ਗੋਬਿੰਦ ਜਾਣਿਆ, ਜਦ ਮੈਂ ਇਹ ਧਿਆਨ ਸਿਮਰਨ ਵਾਲਾ ਰਸਤਾ, ਮਾਲਕ ਪਰਮਾਤਮਾ ਵਾਲਾ ਰਸਤਾ ਫੜਿਆ, ਜਦ ਮੈਂ ਮੇਰੇ ਮਾਲਕ ਪਰਮਾਤਮਾ ਦੀ, ਗੋਬਿੰਦ ਦੇ ਬਾਰੇ ਮੈਨੂੰ ਜਿਹੜਾ ਹੈਗਾ ਗਿਆਨ ਹੋਣ ਲੱਗ ਪਿਆ, ਮੇਰਾ ਪ੍ਰੈਕਟੀਕਲ ਹੋਣ ਲੱਗ ਪਿਆ। ਗਿਆਨ ਦਾ ਮਤਲਬ ਪ੍ਰੈਕਟੀਕਲ। ਅਬ ਮੋਹੇ ਸਰਬ ਕੁਸ਼ਲ ਕਰ ਮਾਨਿਆ, ਸ਼ਾਂਤ ਪਈ ਜਬ ਗੋਬਿੰਦ ਜਾਣਿਆ। ਰਹਾਓ। ਹਾਂਜੀ ਗੁਰੂ ਸਾਹਿਬ। ਹਾਂਜੀ ਸਾਧ ਸੰਗਤ ਜੀ, ਹੁਣ ਉਹ ਕਹਿੰਦੇ ਕਿ ਮਾਨਸ ਸਰੋਵਰ ਚ ਮੇਰਾ ਪ੍ਰਵੇਸ਼ ਹੋ ਗਿਆ। ਆ ਵੇਖੋ, ਕਹਿੰਦੇ ਸ਼ਾਂਤੀ ਭਈ ਜਬ ਗੋਬਿੰਦ ਜਾਣਿਆ। ਅਬ ਜਦ ਸੋਚ ਲਓ, ਗੱਪਾਂ ਨਹੀਂ, ਇਹਦਾ ਜਾਣਿਆ। ਮੈਨੂੰ ਜਾਣਿਆ ਕਿੱਦਾਂ? ਜਿੱਦਾਂ ਮੈਂ ਜਾਣਦਾ ਨਿੱਜਰ ਸਾਹਿਬ ਨੂੰ ਪਰਸਨਲੀ। ਨਿੱਜਰ ਸਾਹਿਬ ਬਿਲਕੁਲ ਉਹਨਾਂ ਚਿਰ ਸ਼ਾਂਤੀ ਨਹੀਂ ਆਈ। ਐ ਨਹੀਂ ਕਹਿਤਾ ਕਿ ਮੈਂ ਧਿਆਇਆ ਸੀ ਤੇ ਮੈਂ ਓਦਾਂ ਹੀ ਪਾਠ ਕੀਤਾ, ਭਗਤੀ ਕੀਤੀ ਤੇ ਜੋ ਮੇਰੀ ਜ਼ਿੰਦਗੀ ਸ਼ਾਂਤੀ ਆ ਗਈ। ਕਹਿੰਦੇ ਨਹੀਂ, ਸ਼ਾਂਤੀ ਉਦੋਂ ਆਈ ਜਦੋਂ ਮੈਂ ਜਾਣ ਲਿਆ। ਪਰਸਨਲ ਐਕਸਪੀਰੀਅੰਸ, ਮਾਦੀ ਚ ਪ੍ਰਵੇਸ਼ ਕਰ ਮੈਂ ਜਾਣਿਆ, ਉਹਨੂੰ ਅਨੁਭਵ ਕੀਤਾ। ਜਾਣਿਆ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਨਾ, ਆਪਾਂ ਕਹਿ ਨਹੀਂ ਦਿੰਦੇ ਉਹ ਮੈਂ ਨਹੀਂ ਉਹ ਬੰਦੇ ਨੂੰ ਜਾਣਦਾ, ਪਰ ਨਾ ਸੁਣਿਆ ਉਹਦਾ, ਪਰ ਮੈਂ ਜਾਣਦਾ ਨਹੀਂ। ਜਾਣਦਾ ਮਤਲਬ ਕਿਹਨੂੰ, ਕਿੱਦਾਂ ਜਾਣੋਗੇ ਇਹਨੂੰ? ਜਦੋਂ ਮਿਲੋਗੇ, ਵਰਤੋਗੇ, ਉਹਦੇ ਨਾਲ ਗੱਲਾਂ ਕਰੋਗੇ, ਤੁਹਾਡੀ ਦੋਸਤੀ ਪੈ ਜਾਊਗੀ। ਤੁਸੀਂ ਉਹਨਾਂ ਦੇ ਘਰ ਜਾਓਗੇ, ਉਹ ਤੁਹਾਡੇ ਘਰ ਆਊਗਾ, ਤੁਸੀਂ ਉਹਨਾਂ ਕਰਕੇ ਰੋਟੀ ਖਾ ਲਈ, ਉਹਨਾਂ ਕਿਤੇ ਤੁਹਾਡੇ ਘਰ ਆ ਕੇ ਰੋਟੀ ਖਾ ਲਈ, ਕਿਤੇ ਸੁੱਖ ਦੁੱਖ ਵੇਲੇ ਤੁਹਾਡੇ ਦੂਜੇ ਦੀ ਮਦਦ ਕੀਤੀ, ਤੇ ਫੇਰ ਹੀ ਆਪਾਂ ਇੱਕ ਦੂਜੇ ਨੂੰ ਜਾਣਦੇ ਆ ਨਾ। ਬਿਲਕੁਲ, ਇਹ ਗਹਿਰੀ ਗੱਲ ਆ। ਜਾਣਿਆ ਮਤਲਬ ਮੈਂ ਜਾਣ ਲਿਆ ਉਹਨੂੰ ਏਦਾਂ ਬਹੁਤ ਚੰਗੀ ਤਰ੍ਹਾਂ। ਫਿਰ ਜਾਣਿਆ ਤੇ ਫਿਰ ਕੀ ਹੋਇਆ? ਫਿਰ ਕਹਿੰਦੇ ਸ਼ਾਂਤੀ ਪਈ, ਮੇਰੇ ਜੀਵਨ ਸ਼ਾਂਤੀ ਆ ਗਈ। ਅਖੰਡ ਅਵਸਥਾ ਕਹਿੰਦੇ ਨੇ ਉਹ। ਕੋਈ ਨਕਲੀ ਸ਼ਾਂਤੀ ਨਹੀਂ ਕਿ 2 ਮਿੰਟ ਆਈ ਤੇ ਮੁੜ ਕੇ ਉਹ ਟੁੱਟ ਗਈ। ਕੋਈ ਕਹਿ ਨਹੀਂ ਦਿੰਦੇ, ਕਹਿੰਦੇ ਮੇਰਾ ਮਨ ਸ਼ਾਂਤ ਸੀ, ਹੁਣ ਮੇਰਾ ਮਨ ਅਸ਼ਾਂਤ ਹੋ ਗਿਆ। ਉਹ ਅਸ਼ਾਂਤੀ ਤੇਰੇ ਅੰਦਰ ਹੀ ਸੀ, ਪਰ ਉਦੋਂ ਥੋੜੀ ਜਿਹੀ ਕਿਸੇ ਹੋਰ ਮੋੜ ਚ ਸੀ। ਨਹੀਂ ਤੇ ਸ਼ਾਂਤੀ ਜਦੋਂ ਇੱਕ ਜੀਵਨ ਚ ਆ ਜਾਏ ਨਾ, ਫਿਰ ਉਹ ਜਾਂਦੀ ਨਹੀਂ, ਬਹੁਤ ਪਾਵਰਫੁਲ ਹੈ। ਉਹਨੂੰ ਕਹਿੰਦੇ ਅਖੰਡ ਸ਼ਾਂਤੀ। ਮਾਨ ਸਰੋਵਰ ਇੱਕ ਸਾਡੇ ਅੰਦਰ ਇੱਕ ਅਵਸਥਾ ਹੈ, ਜਦੋਂ ਆਤਮਾ ਦੇ ਵਿੱਚ ਮਨ ਚੱਲ ਜਾਂਦਾ ਹੈ, ਮਨ ਨੂੰ ਰੋਸਟ ਕਰ ਦਿੰਦੀ ਹੈ ਪ੍ਰਾਣ ਊਰਜਾ, ਜਿਹੜੀ ਸਾਡੀ ਨਾਭ ਚੱਕਰ ਤੋਂ ਪ੍ਰਾਣ ਊਰਜਾ ਸਾਧਨਾ ਦੇ ਰਾਹੀਂ ਆਪਾਂ ਉੱਪਰ ਯੂਜ਼ ਕਰ ਰਹੇ ਹਾਂ ਨਾ, ਇਹਨੇ ਹੌਲੀ ਹੌਲੀ ਕਰਕੇ ਮਨ ਨੂੰ ਰੋਸਟ ਕਰ ਦੇਣਾ। ਮਨ ਨੂੰ ਰੋਸਟ ਕਰ ਦਿੱਤਾ, ਮਨ ਜਿਹੜਾ ਹੈ ਉਹਨੂੰ ਪਕਾਈ ਜਾਣਾ। ਇੱਕ ਸਮਾਂ ਆਊਗਾ, ਫਿਰ ਉਹਦੇ ਵਿੱਚ ਵਿਕਾਰਾਂ ਦੇ ਬੀਜ ਉਹ ਫਲ ਨਹੀਂ ਪ੍ਰਗਟ ਹੋਣ ਦੇਣੇ, ਜਿਹੜਾ ਖਤਮ ਹੋ ਜਾਣਾ। ਹਾਂ ਦੇਖੋ, ਅਗਲੀ ਤੁਕ ਗੋਰਖੀ ਸਾਹਿਬ, ਅਗਲੀ ਤੁਕ ਇਹੀ ਕੁਛ ਕਹਿ ਰਹੀ ਹੈ। ਅਗਲੀ ਤੁਕ ਕਬੀਰ ਜੀ ਦੀ ਬਿਲਕੁਲ ਮਨ ਨੂੰ ਰੋਸਟ ਕਰਨ ਵਾਲੀ ਗੱਲ ਕਰ ਰਹੀ ਹੈ। ਅੱਛਾ, ਅਬ ਮੋਹੇ ਸਰਬ ਕੁਸ਼ਲ ਕਰ ਮਾਨਿਆ। ਕਹਿੰਦੇ ਕਿ ਮੈਨੂੰ ਸਾਰੇ ਸੁੱਖਾਂ ਦੀ ਆਨੰਦ ਦੀ ਪ੍ਰਾਪਤੀ ਹੋ ਗਈ, ਹੁਣ ਤੇ ਦੁੱਖ ਹੈ ਹੀ ਕੋਈ ਨਹੀਂ। ਵੈਸੇ ਵੀ ਬਾਣੀ ਕਹਿੰਦੀ ਨਹੀਂ ਆ, ਤੁਸੀਂ ਬਾਣੀ ਤੇ ਕਹਿੰਦੀ ਆ, ਤੁਸੀਂ ਜੀਵਨ ਦੇ ਵਿੱਚ ਜਦੋਂ ਤੁਹਾਡੇ ਕੋਲ, ਜਦੋਂ ਤੁਹਾਡੇ ਅੰਦਰ ਅਖੰਡ ਅਵਸਥਾ ਬਣੀ ਨਾ, ਤੇ ਮੈਨੂੰ ਦੱਸ ਦਿਓ ਕਿ ਚਰਨਜੀਤ ਮੈਂ ਦੁਖੀ। ਦੁੱਖ ਕੇਵਲ ਸਾਡੀ ਦ੍ਰਿਸ਼ਟੀ ਹੈ। ਅਸੀਂ ਦੁੱਖ ਨੂੰ ਕਿੱਦਾਂ ਵੇਖਦੇ ਹਾਂ, ਸਾਧਕ ਨੂੰ ਪਤਾ ਹੈ ਕੀ ਹੈ, ਉਹਨੂੰ ਚੰਗੀ ਤਰ੍ਹਾਂ ਪਤਾ ਹੈ। ਕੋਈ ਵੀ ਚੀਜ਼ 1 ਮਿੰਟ ਚ ਪੈਦਾ ਨਹੀਂ ਹੁੰਦੀ, ਉਹਦੇ ਪਿੱਛੇ ਬੜਾ ਵੱਡਾ ਇੱਕ ਪ੍ਰੋਸੈਸ ਹੁੰਦਾ ਹੈ। ਆਪਾਂ ਕੋਈ ਵੀ ਕੰਮ ਕਰਦੇ ਹਾਂ ਜ਼ਿੰਦਗੀ ਦੇ ਵਿੱਚ, ਤੁਸੀਂ ਦੇਖੋਗੇ ਉਹ ਜੋ ਵੀ ਤੁਹਾਡੇ ਸਾਹਮਣੇ ਪ੍ਰਗਟ ਹੋਇਆ ਵਾ, ਉਹਦੇ ਪਿੱਛੇ ਕਾਰਨ ਹੈ। ਨਿੱਜਰ ਸਾਹਿਬ, ਫਸਲ ਬੀਜੀ ਸੀ, ਹੁਣ ਪੱਕ ਗਈ ਹੈ। ਬਾਣੀ ਚ ਇਹੋ ਕਹਿੰਦੇ ਨਾ ਕਿ ਤੂੰ ਬੀਜ ਰਿਹਾ, ਅੰਤ ਵੇਲੇ ਚ ਉਹਨੇ ਉੱਗਣਾ ਹੈ। ਬਿਲਕੁਲ, ਉਹ ਤੈਨੂੰ ਖਾਣਾ ਪੈਣਾ ਹੈ ਭਾਈ, ਭੋਗਣਾ ਪੈਣਾ ਹੈ। ਹਾਂ, ਤਾਂ ਆਪਾਂ ਵੇਖ ਲਈ ਨਿੱਜਰ ਸਾਹਿਬ, ਜੋ ਜ਼ਿੰਦਗੀ ਚ ਆਪਾਂ ਕੀਤਾ ਵਾ ਤੇ ਉਹ ਸਾਡੇ ਸਾਹਮਣੇ ਪ੍ਰਗਟ ਨਹੀਂ ਹੋਇਆ। ਮੁੜ ਕੇ ਆਪਾਂ ਰੌਲਾ ਪਾਉਂਦੇ ਹਾਂ, ਆਪਾਂ ਜੱਲਾ ਕਰਦੇ ਹਾਂ ਕਿ ਆਹ ਕਿਉਂ ਏਦਾਂ ਹੈ। ਪਰ ਨਿੱਜਰ ਸਾਹਿਬ, ਉਹਦੇ ਪਿੱਛੇ ਹਿਸਟਰੀ ਤੇ ਹੈਗੀ ਹੈ ਨਾ, ਉਹ ਚੀਜ਼ ਦੇ ਪਿੱਛੇ ਜੇ ਸੋਚਿਆ ਜਾਵੇ। ਬਿਲਕੁਲ, ਚਾਹੇ ਕਾਮ ਆ, ਕ੍ਰੋਧ ਆ, ਜਾਂ ਲੋਭ ਆ, ਜਾਂ ਮੋਹ ਆ, ਜਾਂ ਹੰਕਾਰ ਆ, ਕੋਈ ਕਾਰਨ ਤੇ ਹੈਗਾ ਹੀ ਸੀ। ਉਹਦੇ ਸਾਹਮਣੇ ਉਹ ਚੀਜ਼ ਆ ਕੇ ਖਲੋਤੀ ਹੈ, ਓਦਾਂ ਤੇ ਕਿੱਥੋਂ ਆ ਜੂਗੀ? ਸੁਪਨੇ ਚ ਕਿੱਥੋਂ ਆਪਾਂ ਨੂੰ ਮਿਲ ਜੂ? ਠੀਕ ਹੈ ਨਾ? ਹਾਂਜੀ, ਅੱਗੇ ਚਲੀ। ਔਰ ਐਕਚੁਅਲੀ ਜਿਹੜਾ ਗੋਰਖੀ ਸਾਹਿਬ, ਦੁੱਖ ਜਿਹੜਾ ਹੈ ਨਾ, ਦੁੱਖ ਨਾਮ ਦੀ ਚੀਜ਼ ਜਿਹੜੀ ਹੈਗੀ, ਅਸ਼ਾਂਤੀ ਜਿਹੜੀ ਚੀਜ਼ ਹੈਗੀ ਆ, ਉਹ ਹੈਗੀ ਵਿਚਾਰਾਂ ਦੀ। ਹੁਣ ਜਦ ਅੰਦਰ ਖਾਤੇ ਆ ਬੰਦਾ ਜਿਹੜਾ ਹੈਗਾ ਧਿਆਨ ਸਿਮਰਨ ਦੇ ਵਿੱਚ ਚਲਾ ਗਿਆ, ਤੇ ਵਿਚਾਰ ਤਾਂ ਬੰਦ ਹੀ ਕਰਨੇ ਆ। ਉਹ ਪ੍ਰਾਇਮਰੀ ਕੰਡੀਸ਼ਨ ਤਾਂ ਇਹੀ ਹੈਗੀ ਆ ਵੀ ਵਿਚਾਰ ਹੀ ਬੰਦ ਕਰਨੇ ਆ, ਤੇ ਦੁੱਖ ਕਿੱਧਰੋਂ ਆ ਸਕਦਾ ਫਿਰ? ਹਾਂ, ਜੇ ਮਨ ਚ ਵਿਚਾਰ ਹੀ ਨਹੀਂ ਹੈਗੇ, ਜੇ ਨਿੱਜਰ ਸਾਹਿਬ ਵਿਚਾਰ ਨਹੀਂ ਤੇ ਫਿਰ ਮਨ ਕਿੱਥੋਂ ਆਉਣਾ ਵਾ? ਫਿਰ ਮਨ ਵੀ ਨਹੀਂ ਹੈਗਾ। ਬਸ ਅਨਮਨੀ ਬੋਲਤਾ ਤਾਂ ਹੀ ਹੋ ਗਿਆ ਬਾਣੀ ਦੇ ਵਿੱਚ। ਹਾਂਜੀ, ਹੁਣ ਦੇਖੋ ਅੱਗੇ ਆਹੀ ਗੱਲ ਕਹਿ ਰਹੇ, ਕਹਿੰਦੇ ਤਨਮੈ ਹੋਤੀ ਕੋਟ ਉਪਾਦ। ਕਹਿੰਦੇ ਮੇਰੇ ਕਰੋੜਾਂ ਹੀ ਉਪਾਧੀਆਂ ਸੀ। ਉਪਾਧੀਆਂ ਕਹਿੰਦੇ ਉਪਦਰਵ ਕਹਿੰਦੇ ਆ ਪੰਗੇ। ਇਹ ਮਨ ਬੱਚਾ ਜਿਹੜਾ ਹੈਗਾ, ਇਹਨੂੰ ਨਹੀਂ ਹੈਗੀ, ਇਹਨੂੰ ਕਹਿੰਦਾ ਆ ਵੀ ਚਾਹੀਦਾ, ਆ ਵੀ ਚਾਹੀਦਾ, ਆ ਵੀ ਚਾਹੀਦਾ। 4 ਛੁਪੇਰੇ ਜਿਹੜਾ ਹੈਗਾ
ਇਹ ਉਪਦਰਵ ਕਰੀ ਜਾਂਦਾ ਸੀਗਾ, ਟਿਕਦਾ ਹੀ ਨਹੀਂ ਸੀਗਾ, ਕਿਤੇ ਨਾ ਕਿਤੇ ਪੰਗਾ ਲੈ ਕੇ ਰੱਖਦਾ ਸੀਗਾ। ਤਨ ਮੈਂ ਹੋਤੀ ਕੋਟ ਉਪਾਦ, ਕੋਟ ਕਹਿੰਦੇ ਕਰੋੜਾਂ ਹੀ, ਉਲਟ ਪਈ ਸੁਖ ਸਹਿਜ ਸਮਾਧ, ਕਹਿੰਦੇ ਸਹਿਜ ਸਮਾਧੀ ਲੱਗ ਗਈ ਥੇ, ਸੁੱਖ ਹੀ ਸੁੱਖ ਹੋ ਗਿਆ, ਕਹਿੰਦੇ ਉਲਟ ਹੋ ਗਈ ਮੇਰੇ ਅੰਦਰ ਤਾਂ ਹੁਣ ਖੁਸ਼ੀ ਹੋ ਗਈ। ਪਹਿਲਾਂ ਉਪਦਰਵ ਕਰਦਾ ਸੀ, ਹੁਣ ਜਿਹੜਾ ਟਿਕ ਕੇ ਬਹਿ ਗਿਆ, ਇਹ ਮਨ ਜਿਹੜਾ ਹੈਗਾ ਟਿਕ ਗਿਆ। ਆਪ ਪਛਾਣੇ ਆਪੇ ਆਪ, ਕਹਿੰਦੇ ਆਪਣੇ ਆਪ ਨੂੰ ਪਛਾਣ ਲਿਆ ਬਈ ਮੈਂ ਸਰੀਰ ਥੋੜੀ ਨਾ ਹੈਗਾ, ਇਸੇ ਨੂੰ ਮੈਂ ਜਿਹੜਾ ਖਿਲਾਈ ਜਾ ਰਿਹਾ, ਪੜਾਈ ਜਾ ਰਿਹਾ, ਬਸ ਸਰੀਰ ਦੇ ਵਾਸਤੇ ਸਾਰਾ ਕੁਝ ਕਰੀ ਜਾ ਰਿਹਾ। ਕਹਿੰਦੇ ਪਛਾਣ ਲਿਆ ਉਹਨੇ ਆਪਣੇ ਆਪ ਨੂੰ। ਫਿਰ ਰੋਗ ਨਾ ਵਿਆਪੈ ਤੀਨੋਂ ਤਾਪ, ਕਹਿੰਦੇ ਆਦਿ ਵਿਆਧੀ ਉਪਾਧੀ ਜਿਹੜੀ ਆ, ਤਿੰਨੋਂ ਤਾਪ ਜਿਹੜੇ ਮਾਇਆ ਦੇ ਖਤਮ ਹੋ ਗਏ, ਇਹ ਵਿਆਪਦੇ ਹੀ ਨਹੀਂ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਕਹਿੰਦੇ ਕਿ ਤਨ ਮੈਂ ਹੋਤੀ ਉਪਾਦ, ਹਾਂ ਹੋਤੀ। ਹੁਣ ਤੁਹਾਨੂੰ ਵੀ ਪਤਾ ਹੈ ਕਿ ਮਨ ਦੇ ਉਪਾਦ ਕਿੰਨੇ, ਕੋਈ ਨਾ ਕੋਈ ਤੇ ਪੌੜਾ ਪਾ ਕੇ ਬੈਠਾ ਹੁੰਦਾ। ਬਿਲਕੁਲ ਬੈਠਾ ਹੁੰਦਾ ਕੋਈ ਨਾ ਕੋਈ। ਇਹ ਤਾਂ ਇਹ ਥਰਡ ਕਲਾਸ ਤੋਂ ਥਰਡ ਕਲਾਸ ਚੀਜ਼ ਕਹਿੰਦਾ, ਮੈਨੂੰ ਤਾਂ ਇਹੀ ਦੇ ਔਰ ਹੁਣੇ ਦੇ। ਔਰ ਇਹ ਹੈ ਵੀ ਏਦਾਂ ਦਾ ਜੀ, ਸਾਧ ਸੰਗਤ ਜੀ ਦਾ ਛੋਟਾ ਬੱਚਾ ਜਿੱਦ ਨਹੀਂ ਕਰਦਾ ਮੇਲੇ 'ਚ ਜਾ ਕੇ, ਉਦਾਂ ਜਿੱਦ ਕਰਦਾ ਕਈ ਵਾਰੀ, ਤੇ ਤੁਹਾਨੂੰ ਮਜਬੂਰ ਕਰਾ ਕੇ ਵੇਖੋ, ਤੁਹਾਡੇ ਕੋਲ ਕੰਮ ਕਰਾ ਵੀ ਲੈਣਾ ਇਹਨੇ। ਹਾਂ ਜੇ ਤੁਸੀਂ ਹੁਣ, ਮੈਨੂੰ ਪਤਾ ਨਹੀਂ ਤੁਹਾਡੀ ਉਮਰ ਕਿੰਨੀ ਹੈ, ਜਿੰਨੀ ਉਮਰ ਬੱਚਾ ਓਨਾ ਹੀ ਪੁਰਾਣਾ ਵਾ, ਉਨੀ ਪੁਰਾਣੀ ਜਿੱਦ ਉਹਦੀ। ਜਿੱਦ ਤੇ ਗਾੜੀ ਕੋਈ ਟਿਕ ਨਹੀਂ ਸਕਦਾ, ਬਹੁਤ ਖਤਰਨਾਕ ਬੱਚਾ ਹੈ, ਪਰ ਇਹਨੂੰ ਭਗਤੀ ਮੋੜ ਕੇ ਲਿਆ ਸਕਦੀ ਹੈ, ਜਪ ਤੇ ਤਪ। ਇੱਥੇ ਕਰਕੇ ਕਹਿੰਦੇ ਆ ਕਿ ਜਦੋਂ ਹੁਣ ਆਵੇ, ਕਹਿੰਦੇ ਆ ਕਿ ਕੋਟ ਉਪਾਦ ਮਤਲਬ ਇਹੋ ਹੀ ਆ ਕਿ ਜਿਹੜਾ ਮਨ ਸੀ ਜਿੱਦ ਕਰਦਾ ਸੀ, ਤੇ ਉਹ ਕਹਿੰਦੇ ਆ ਕਿ ਉਹ ਜਿਹੜਾ ਵਾ ਇੱਕ ਅਵਸਥਾ ਸੀ, ਮਨ ਦੀ ਅਵਸਥਾ ਸੀ। ਤਨ ਮੈਂ ਹੋਤ ਕੋਟ ਉਪਾਦ, ਕਿ ਮੇਰੇ ਮਨ ਦੇ ਅੰਦਰ ਇੰਨਾ ਕੁਝ ਚੱਲਣ ਦਿਆ ਸੀ, ਬਹੁਤ ਕਰੋੜਾਂ ਹੀ, ਮਤਲਬ ਛਣ ਤੇ ਉਹ ਪ੍ਰੋਗਰਾਮ ਚੇਂਜ ਹੋ ਰਹੇ ਸੀ। ਬਿਲਕੁਲ। ਕਹਿੰਦੇ ਅਗਲੀ ਤੱਕ ਬੋਲੋ। ਉਲਟ ਪਈ ਸੁਖ ਸਹਿਜ ਸਮਾਧ, ਉਲਟ ਹੋ ਗਿਆ, ਬਿਲਕੁਲ ਸਮਾਧੀ ਲੱਗ ਗਈ, ਸੁੱਖ ਦੇ ਵਿੱਚ ਆ ਗਿਆ ਮੈਂ, ਸਹਿਜ ਸਮਾਧੀ ਲੱਗ ਗਈ ਮੇਰੀ, ਵਿਚਾਰ ਹੀ ਬੰਦ ਹੋ ਗਏ। ਇਹ ਮਨ ਦੀਆਂ ਉਪਾਧੀਆਂ ਜਿਹੜੀਆਂ ਉਪਦਰਵ ਕਰ ਰਿਹਾ ਸੀਗਾ, ਸ਼ਾਂਤ ਹੋ ਗਿਆ ਬਿਲਕੁਲ। ਹਾਂਜੀ ਸਾਧ ਸੰਗਤ ਜੀ, ਕਹਿੰਦੇ ਦੁਬਿਧਾ ਖਤਮ ਹੋ ਗਈ, ਮਨ ਦੀ ਦੁਬਿਧਾ ਅੰਦਰ ਹੀ ਖਤਮ ਹੋ ਗਈ। ਦੁਬਿਧਾ ਮੈਂ ਸੋਚਦਾ ਸੀ, ਕਹਿੰਦਾ ਸੰਸਾਰ 'ਚ ਹੀ ਹੈਗੀ, ਸੰਸਾਰ 'ਚ ਗੜਬੜਿਆ, ਪਰ ਮੈਨੂੰ ਪਤਾ ਲੱਗਾ ਜਿਹੜਾ ਮੇਰੇ ਤਨ ਦੇ ਅੰਦਰ ਹੀ ਉਪਾਦ ਸੀ, ਸੰਸਾਰ 'ਚ ਥੋੜੀ ਦੇਖਿਆ ਉਹਨਾਂ ਨੇ, ਇਹ ਥੋੜੀ ਕਿਹਾ ਕਿ ਸੰਸਾਰ 'ਚ ਸ਼ਾਂਤੀ ਆ ਗਈ ਜਾਂ ਮੈਂ ਲੋਕਾਂ ਨੂੰ ਬਦਲਦਾ। ਨਿਜਰ ਸਾਹਿਬ ਦੇਖਿਆ, ਬਿਲਕੁਲ। ਉਹ ਕਹਿੰਦੇ ਤਨ ਦੇ ਅੰਦਰ ਸੀ ਉਪਾਦ, ਕਿੱਥੇ ਉਹ ਜਿਹੜਾ ਭੜਕੂ ਮੱਚਿਆ ਮੇਰੇ ਅੰਦਰ ਸੀ, ਗੜਬੜ ਅੰਦਰ ਸੀ ਪ੍ਰੋਗਰਾਮ। ਹੁਣ ਕਹਿੰਦੇ ਕੀ ਹੋਇਆ, ਅੰਤਰ ਕੀ ਦੁਬਿਧਾ ਅੰਤਰ ਮਾਰੀ, ਪਾਣੀ 'ਚ ਲਿਖਿਆ ਵਾ, ਬਿਲਕੁਲ ਬਿਲਕੁਲ। ਕਹਿੰਦੇ ਅੰਦਰ ਕੀ ਦੁਬਿਧਾ ਅੰਦਰ ਮਾਰੀ, ਅੰਦਰ ਦੀ ਸੀ ਪ੍ਰੋਬਲਮ ਤੇ ਅੰਦਰ ਹੀ ਸਹੀ ਕਰਤੀ, ਮੈਂ ਅੰਦਰ ਹੀ ਮਾਰ ਦਿੱਤੀ। ਹੁਣ ਇਹ ਕਹਿੰਦੇ ਕਿ ਤਨ ਦੇ ਵਿੱਚ ਜਿਹੜੇ ਉਹ ਰੌਲਾ ਪੈ ਜਾਂਦੇ ਸੀ, ਕਹਿੰਦੇ ਉਲਟ ਪਈ ਸੁੱਖ ਸਹਿਜ ਸਮਾਧ। ਤੇ ਸੁੱਖ ਕਿੱਦਾਂ ਪ੍ਰਾਪਤ ਹੋ ਗਿਆ ਕਿ ਤੱਤ 'ਚ ਤੱਤ ਲੀਨ ਹੋ ਗਿਆ, ਤੱਤ 'ਚ ਤੱਤ ਲੀਨ ਹੋ ਗਿਆ। ਜਦੋਂ ਜਾਗਰਤ ਅਵਸਥਾ 'ਚ ਆਪਾਂ ਨਿਰਵਿਚਾਰ ਹੋ ਕੇ ਬ੍ਰਹਮ ਦੇ ਨਾਲ ਸਾਮ ਹੋ ਜਾਂਦੇ ਹਾਂ, ਉਹ ਤੱਤ 'ਚ ਤੱਤ ਲੀਨ ਹੋਣਾ ਹੈ। ਉਹਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ, ਆਪਾਂ ਜਾਗਰਤ ਅਵਸਥਾ, ਜਦੋਂ ਆਪਾਂ ਵਿਚਾਰਾਂ ਮੁਕਤ ਅਵਸਥਾ 'ਚ ਬਹਿ ਜਾਂਦੇ ਹਾਂ, ਉਹ ਤੱਤ 'ਚ ਤੱਤ ਲੀਨ ਹੋਣਾ ਵਾ। ਉਦੋਂ ਬ੍ਰਹਮ ਜਿਹੜੀ ਪ੍ਰਕਿਰਤੀ ਨਹੀਂ ਹੁੰਦੀ, ਇਕੱਲਾ ਬ੍ਰਹਮ ਰਹਿ ਜਾਂਦਾ, ਨਿਰਗੁਣ ਬ੍ਰਹਮ, ਜਿਹਨੂੰ ਪਾਰ ਬ੍ਰਹਮ ਕਹਿ ਜਾਂਦੇ। ਸ਼ੁਰੂ 'ਚ ਉਹੀ ਸਾਡੀ ਮਲੀਨਤਾ ਨੂੰ ਸਾਨੂੰ ਦਿਖਾਉਂਦਾ ਵੀ ਆ ਤੇ ਨਾਲੇ ਕੱਟੀ ਜਾਂਦਾ। ਫਿਰ ਇੱਕ ਸਮਾਂ ਆਉਂਦਾ ਹੈ, ਬਿਲਕੁਲ ਹੀ ਫਿਰ ਸਾਡੇ ਅੰਤਰਾਕਰਨ 'ਚ ਜਿੰਨਾ ਵੀ ਗੰਦ ਮੰਦ ਆ ਪੂਰਾ ਸਾਫ਼ ਹੋ ਜਾਂਦਾ ਤੇ ਸ਼ੁੱਧ ਚੇਤਨਾ ਰਹਿ ਜਾਂਦੀ ਆ। ਔਰ ਸ਼ੁੱਧ ਚੇਤਨਾ ਜਦੋਂ ਇੱਕ ਵਾਰੀ ਹੋ ਜਾਂਦੀ ਆ, ਫਿਰ ਔਗਣ ਨੂੰ ਗ੍ਰਹਿਣ ਨਹੀਂ ਕਰਦੀ, ਕਿਉਂਕਿ ਬਹੁਤ ਸ਼ੁੱਧ ਆ, ਉਹਦੇ ਲਾਗੇ ਕੋਈ ਚੀਜ਼ ਨਹੀਂ ਪਹੁੰਚ ਸਕਦੀ। ਬੁੱਧੀ ਦਾ ਬਹੁਤ ਵੱਡਾ ਇੱਕ ਉਹਦੇ ਲਾਗੇ। ਫਿਰ ਆਪਾਂ ਸੰਗਤ ਕਰਦੇ ਹਾਂ ਗੁਰਮੁਖਾਂ ਦੀ, ਉਸ ਸੰਗਤ ਕੀ ਕਰਦੀ ਹੈ, ਇਸੇ ਲਈ ਕਹਿੰਦੇ ਗਿਆਨ ਕੋਈ 2 ਮਿੰਟ 'ਚ, ਇਹ ਨਹੀਂ ਕਿ ਅਸ਼ਟਾਵਕਰ ਨੇ ਲਿਖਿਆ ਨਾ ਕਿ ਰਾਜੇ ਜਨਕ ਨੇ ਕਿਸ ਰਕਾਬ 'ਚ ਪੈਰ ਰੱਖਿਆ ਤੇ ਉਹਨੂੰ ਗਿਆਨ ਹੋ ਗਿਆ। ਗਿਆਨ ਮਤਲਬ ਉਹਨੂੰ ਪਤਾ ਲੱਗ ਗਿਆ ਕਿ ਗਿਆਨ ਕਿੱਦਾਂ ਪ੍ਰਾਪਤ ਹੋਣਾ ਹੈ। ਬਾਕੀ ਗਿਆਨ ਹੋਣ ਦੇ ਲਈ ਟਾਈਮ ਲੱਗਣਾ ਹੈ, ਕਿਉਂਕਿ ਕਾਫੀ ਵੱਡਾ ਹੈ। ਇਹ ਕੋਈ ਇਹ ਨਹੀਂ ਕਿ 2-4 ਮਿੰਟ ਦੀ। ਹੁਣ ਕਬੀਰ ਜੀ ਨੂੰ ਉਹ ਨਹੀਂ ਕਹਿੰਦੇ ਕਿ ਮੈਂ ਚੜ੍ਹ ਗਿਆ ਵਾਂ, ਕਹਿੰਦੇ ਇੱਕ ਔਕੜ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ, ਮਤਲਬ ਮੈਂ ਚੜ ਰਿਹਾ ਜੀ, ਪ੍ਰੋਸੈਸ ਚੱਲ ਰਿਹਾ, ਖਤਮ ਨਹੀਂ ਹੋ ਗਿਆ। ਨਿੱਜਰ ਸਾਹਿਬ ਬਿਲਕੁਲ ਬਿਲਕੁਲ ਸਹੀ ਹੈ। ਮੈਂ ਚੋਟੀ ਤੇ ਨਹੀਂ ਪਹੁੰਚ ਗਿਆ, ਕਹਿ ਥੋੜੀ ਦੇਰ ਚੋਟੀ ਤੇ ਮੈਂ ਪਹੁੰਚ ਗਿਆ, ਚੜ ਰਿਹਾ ਪ੍ਰੋਸੈਸ ਦੇ ਵਿੱਚ। ਇਹਦਾ ਮਤਲਬ ਕਿ ਉਹ ਐਡੀ ਬਰੀਕ ਬਿਖਮ ਸਾਧਨਾ ਹੈ, ਔਰ ਇਹ ਸਾਧਨਾ ਸ਼ੁਰੂ ਬਹੁਤ ਲੋਕ ਕਰਦੇ ਆ। ਇਹ ਵੀ ਮੇਰੀ ਗੱਲ ਯਾਦ ਰੱਖ ਲੈਣੀ। ਪਰ ਕਾਲਜਾਂ ਦੇ ਵਿੱਚ ਸਾਰੇ ਬੱਚੇ ਐਡਮਿਸ਼ਨ ਲੈਂਦੇ ਨੇ, ਪਰ ਸਾਰੇ ਡਾਕਟਰ ਬਣ ਕੇ ਨਹੀਂ ਨਿਕਲ ਪਾਉਂਦੇ।
ਚੰਦ ਬੱਚੇ ਜਿਹੜੇ ਲਗਾਤਾਰ ਮਿਹਨਤ ਕਰਦੇ ਆ, ਹੋਮਵਰਕ ਮਿਲਦਾ ਹੈ ਔਰ ਜੀਵਨ 'ਚ ਕੰਮ ਵੀ ਕਰਦੇ ਆ, ਫੀਸਾਂ ਵੀ ਅਰੇਂਜ ਕਰਦੇ ਆ, ਪਰ ਉਹ ਲਗਾਤਾਰ ਉਹਨਾਂ ਦੇ ਜੀਵਨ 'ਚ ਇੱਕ ਟਾਰਗੇਟ ਆ ਕਿ ਮੈਂ ਕਦੀ ਕਰਦੇ ਹੀ ਜਾਣਾ, ਕਦੇ ਹੀ ਜਾਣਾ। ਕਈ ਲੋਕ ਚੱਲਦੇ ਤੇ ਬੜੇ ਸ਼ੌਂਕ ਨਾਲ, ਬੜੇ ਜੋਸ਼ ਨਾਲ ਚੱਲਦੇ ਆ। ਕੋਈ 2 ਮਹੀਨੇ 'ਚ ਰੁਕ ਜਾਂਦਾ, ਕੋਈ 6 ਮਹੀਨੇ, ਕੋਈ ਸਾਲ 'ਚ। ਕਿਉਂਕਿ ਮਾਇਆ ਦਾ ਵੀ ਤੇ ਇੱਕ ਜਾਲ ਹੈਗਾ ਨਾ। ਤੁਸੀਂ ਚਿੱਕੜ 'ਚ ਨਿਕਲੋਗੇ, ਚਿੱਕੜ ਤੁਹਾਨੂੰ ਚਿੱਕੜ 'ਚ ਵੈਸੇ ਤੁਸੀਂ ਕਹਾਣੀ 'ਚ ਕਿਤੇ ਪੈਰ ਕਹਾਣੀ ਕੀਤੀ ਨੀਜਾ ਸਾਹਿਬ? ਹਾਂਜੀ, ਕਹਾਣੀ ਮਿੱਟੀ ਦੀ ਕਹਾਣੀ। ਹਾਂ ਦੇਖੀ ਬਿਲਕੁਲ। ਉਹ ਤਾਂ ਬਣਾਉਂਦੇ ਆ ਕਹਾਣੀ, ਮਿੱਟੀ ਦੀ ਚਣਾਈ ਹੁੰਦੀ ਸੀ ਪਹਿਲਾਂ। ਹਾਂ, ਤੇ ਜੇ ਸਾਹਿਬ ਜਦੋਂ ਪੈਰ ਵਿੱਚ ਫਸ ਜਾਂਦਾ ਉਹਨੂੰ ਕੱਢਣਾ ਕਿੰਨਾ ਔਖਾ ਦੱਸੋ। ਬਿਲਕੁਲ, ਉਹ ਤਾਂ ਚੱਪਲ ਨਾਲ ਹੀ ਰਹਿ ਜਾਂਦੀ ਹੈ ਉੱਥੇ। ਇਸੇ ਹੀ ਤਰ੍ਹਾਂ ਇਹ ਮਾਇਆ ਦੇ ਵਿੱਚ ਜਦੋਂ ਤੁਸੀਂ ਪੈਰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਤੁਹਾਡੀ ਚੱਪਲ ਥੱਲੇ ਰਹਿ ਜਾਣੀ ਆ। ਉਹ ਚੱਪਲ ਨੇ ਤੁਹਾਨੂੰ ਪੈਰ ਹੀ ਨਹੀਂ ਬਾਹਰ ਕੱਢਣ ਦੇਣਾ। ਉਹਨੇ ਕਹਿਣਾ ਸੀ ਵੱਧਰਾ ਨਿਕਲ ਜਾਣੀਆਂ, ਏਦਾਂ ਕਰਕੇ ਏਦਾਂ ਹੋ ਜਾਂਦਾ। ਨਾਲੇ ਸਿਰ ਤੱਕ, ਗੋਰਖੀ ਸਾਹਿਬ ਸਿਰ ਤੱਕ ਚਿੱਟੇ ਪੈ ਜਾਂਦੇ ਆ, ਪੂਰੀ ਪੇਟਕ ਕਮੀਜ਼ ਕੁਮੀਜ਼ ਸਾਰੀ ਚੀਜ਼ ਲਿਬੜ ਜਾਂਦੀ ਹੈ। ਹਾਂ, ਇਸੇ ਲਈ ਕਬੀਰ ਜੀ ਕਹਿੰਦੇ ਕਿ ਜਦੋਂ ਮੈਂ ਵੇਖਿਆ ਨਾ ਤੇਰਾ ਜਲਜਲਾ ਸੀ ਤੇ ਮੈਂ ਚੁਪੱਕ ਕਰਕੇ ਉੱਤਰ ਗਿਆ ਤੇ ਮੈਂ ਚੱਪਲਾਂ ਛੱਡਤੀਆਂ। ਫਿਰ ਮੈਂ ਨਹੀਂ ਸੋਚਿਆ ਕਿ ਚੱਪਲਾਂ ਕਹਿੰਦੇ ਮੈਂ ਚੱਪਲਾਂ ਦੀ ਟੈਨਸ਼ਨ ਨਹੀਂ ਲਈ, ਮੈਂ ਪਟਾਕਾ ਕਰਕੇ ਕਹਾਣੀ ਚੋਂ ਬਾਹਰ ਆ ਗਿਆ। ਇਹ ਸਾਧ ਸੰਗਤ ਜੀ ਬਿਲਕੁਲ ਸੱਚ ਜੇ ਹੈ। ਇਹ ਨਾ ਕਿ 6-7 ਮਹੀਨੇ ਬਾਅਦ ਚੱਪਲਾਂ ਕੱਢਣ ਵਾਪਸ ਚੱਲ ਜਿਓ। ਔਰ ਇੱਕ ਚੀਜ਼ ਹੋ ਰਿਹਾ ਗੋਰਖੀ ਸਾਹਿਬ, ਦੇਖੋ ਇੱਕ ਚੀਜ਼ ਹੋ ਰਿਹਾ, ਮਤਲਬ ਆਪਾਂ ਜੇ ਇਸ ਚੋਂ ਵੀ ਸਾਵਧਾਨ ਰਹਿਣਾ ਹੈ ਕਿ ਕਿੰਨਾ ਵੀ ਅੱਗੇ ਜਾ ਕੇ ਨਾ ਇਨਸਾਨ ਉੱਥੋਂ ਵੀ ਡਿੱਗ ਸਕਦਾ ਹੈ। ਜੇ ਉਹਦੇ ਅੰਦਰ ਜਿਹੜਾ ਹਉਮੈ ਹੰਕਾਰ ਆ ਜੇ ਨਾ, ਬਸ ਫਿਰ ਉਹਨੇ ਕੀ ਕਰਨਾ ਹੈ, ਉਹਨੇ ਜਿਹੜਾ ਹੈਗਾ ਆਪਣੇ ਆਪ ਨੂੰ ਸਮਝਣਾ ਹੈ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ। ਦੂਜਿਆਂ ਨੂੰ ਜਿਹੜਾ ਉਹਨੇ ਨਿੰਦਣਾ ਸ਼ੁਰੂ ਕਰ ਦੇਣਾ, ਔਰ ਉਹਨੇ ਜਿਹੜਾ ਸੰਗਤ ਦੀ ਜਿਹੜੀ ਬੁਰਾਈ ਸ਼ੁਰੂ ਕਰ ਦੇਣੀ ਹੈ। ਬਸ ਉੱਥੇ ਫਿਰ ਖਤਮ ਹੋ ਗਿਆ ਕੰਮ, ਕਾਰਵਾਈ ਗਈ। ਹਾਂ, ਇਹ ਸਾਧ ਸੰਗਤ ਜੀ ਕਿੱਦਾਂ ਤੁਹਾਨੂੰ ਮੈਂ ਦੱਸਾਂ ਤੇਰੀ ਗੱਲ। ਸਾਡੇ ਨਾ ਉੱਥੇ ਮੈਂ ਜੋ ਬੰਬੇ ਕੰਮ ਕਰਦਾ ਹੁੰਦਾ, ਉੱਥੇ ਨਾ ਇੱਕ ਮੈਨੂੰ ਬੜਾ ਵਧੀਆ ਫੋਰਮੈਨ ਸੀ, ਵੈਲਡਿੰਗ ਫੋਰਮੈਨ, ਤੇ ਉਹਨੇ ਬੜੀ ਦੁਨੀਆ ਨੂੰ ਕੰਮ ਸਿਖਾਇਆ। ਤੇ ਕਈ ਸ਼ਾਗਿਰਦ ਏਦਾਂ ਕਹਿੰਦੇ ਪਰ ਤੂੰ ਕੰਮ ਸਿੱਖ ਕੇ ਤੇ ਬਾਅਦ ਚ ਲੋਕਾਂ ਨੂੰ ਕਹਿੰਦੇ ਕਿ ਸਾਡੇ ਉਸਤਾਦ ਨੂੰ ਤੇ ਹੋਲਡਰ ਹੀ ਨਹੀਂ ਫੜਨਾ ਆਉਂਦਾ ਨੇਚਰ ਸਾਹਿਬ। ਦੇਖੋ ਏਦਾਂ ਹੀ ਲੋਕੀ ਕਰਦੇ ਨੇ। ਤੁਸੀਂ ਸੋਚੋਗੇ ਜਿੱਥੋਂ ਕਹਿੰਦੇ ਦਾਤ, ਕਹਿੰਦੇ ਕੀ ਲੱਗਦੀ ਚਾਗ ਬਿਨਾਂ ਦੁੱਧ ਨਹੀਂ ਜੰਮਦੇ, ਭਾਵੇਂ ਲਾਲ ਹੋਣ ਕੜ ਕੇ। ਪਰ ਜਦੋਂ ਇੱਥੇ ਵੇਖੋ ਬ੍ਰਹਮ ਦੇ ਵਿੱਚ ਜਦੋਂ ਕੋਈ ਬੰਦਾ ਜਾਂਦਾ ਹੈ, ਉਹਦੀ ਬੰਦਗੀ ਕਰਦਾ ਹੈ, ਚੰਗੀ ਸੰਗਤ ਤੋਂ ਫਾਇਦਾ ਉਠਾਉਂਦਾ ਹੈ, ਔਰ ਕੱਲ ਨੂੰ ਜਾ ਕੇ ਉੱਥੇ ਨਿੰਦੇ ਚੁਗਲੀ ਕਰਦਾ ਹੈ, ਤੇ ਉਹ ਦੁੱਧ ਨਹੀਂ ਜੰਮਣਾ, ਉਹ ਚੀਟਿੰਗ ਹੋ ਜਾਣੀ ਆ। ਬ੍ਰਾਹਮਣ ਤੇ ਬਿਲਕੁਲ ਨਹੀਂ ਲਾਇਕ ਨਹੀਂ ਕਰਦਾ ਉਹ ਚੀਜ਼ ਨੂੰ। ਇਹ ਯਾਦ ਰੱਖਣੀ ਮੇਰੀ ਗੱਲ, ਠੀਕ ਹੈ ਨੀ ਜੀ ਸਾਹਿਬ? ਬਿਲਕੁਲ। ਹਾਂ, ਇਹ ਮੈਂ ਔਗਣ ਜੇ ਤੁਹਾਨੂੰ ਦੱਸਦਾ ਸਾਧ ਸੰਗਤ ਜੀ। ਹਾਂ, ਜਾਣਾ ਕਿ ਇਹਦਾ ਦਿਲ ਕਰਦਾ ਚੱਲ ਜੇ, ਪਰ ਕਦੇ ਇਹ ਨਾ ਕਹਿ ਦਿਓ ਕਿ ਉੱਥੇ ਮਤਲਬ ਚੀਜ਼ ਗ੍ਰਹਿਣ ਕਰਕੇ ਕੱਲ ਨੂੰ ਤੁਹਾਡੇ ਮਨ ਚ, ਕਿਉਂਕਿ ਮਨ ਬੜਾ ਚਲਾਕ ਹੈ, ਕੱਲ ਨੂੰ ਕੋਈ ਔਗਣ ਪੈਦਾ ਕਰਦੇ ਤੁਹਾਡੇ ਅੰਦਰ। ਇਹ ਚੀਜ਼ ਕਹਿ ਦੇਣੀ ਮਨ ਨੂੰ ਕਿ ਨਹੀਂ ਆਪਾਂ ਨੂੰ ਉੱਥੋਂ ਕੁਛ ਵੀ 1-2 ਰੁਪਏ ਹੈ, 25 ਪੈਸੇ ਜਵਾਨੀ ਕੁਛ ਮਿਲਿਆ, ਪਰ ਉਹ ਜਦੋਂ ਧੰਨਵਾਦ ਹੀ ਕਹਿਣਾ। ਉਹਦੇ ਚ ਪੁੱਛਦਾ ਥੋੜੀ ਤੁਹਾਨੂੰ ਕੋਈ ਪਿਆ ਵਾ ਕਿ ਇੱਥੇ ਸਾਨੂੰ ਸਰਟੀਫਿਕੇਟ ਚਾਹੀਦਾ ਵਾ। ਪਰ ਜੇ ਤੁਸੀਂ ਕਹਿ ਦਿੱਤਾ ਨਾ ਬਿਲਕੁਲ ਹੀ ਉੱਥੋਂ ਕੁਛ ਨਹੀਂ ਮਿਲਿਆ, ਫਿਰ ਉਹ ਚੀਜ਼ ਮਾੜੀ ਆ ਤੁਹਾਡੇ, ਉਹਨੇ ਤੁਹਾਡੀ ਪ੍ਰੋਗਰੈਸ ਨੂੰ ਰੋਕ ਦੇਣਾ। ਕਿਉਂਕਿ ਬ੍ਰਹਮ ਜਿਹੜਾ ਨਾ, ਬ੍ਰਹਮ ਉਹ ਚੀਜ਼ ਨੂੰ ਮਾਫ ਨਹੀਂ ਕਰਦਾ। ਹਾਂਜੀ ਨਿਜੇ ਸਾਹਿਬ। तीसरा बंद आ गया जी, अब मन उल्ट सनातन हुआ। ये सनातन वर्ड नहीं खुलूगा जब तक ना ਇਹਦਾ ਰਸ ਨਹੀਂ ਆਏਗਾ। ਸਨਾਤਨ ਦਾ ਮਤਲਬ ਹੁੰਦਾ ਹੈ ਪੁਰਾਣਾ। ਕਹਿੰਦੇ ਮਨ ਜਿਹੜਾ ਸੀਗਾ ਮੇਰਾ, ਮਨ ਕੀ ਸੀ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਹਿੰਦੇ ਮਨ ਨੇ ਆਪਣੇ ਆਪ ਨੂੰ ਤਨ ਸਮਝਿਆ ਹੋਇਆ ਸੀਗਾ, ਤਾਂ ਜਿਹੜਾ ਕਿ ਕਹਿੰਦੇ ਮਨ ਮਰ ਗਿਆ। ਹੁਣ ਬਈ ਮਨ ਤਨ ਤੋਂ ਉੱਪਰ ਉੱਠ ਗਿਆ, ਸਨਾਤਨ ਹੋ ਗਿਆ ਜੋ ਪਹਿਲਾਂ ਸੀਗਾ। ਹਬ ਮਨ ਪਹਿਲਾਂ ਜਿਹੜਾ ਸ਼ਬਦ ਰੂਪ ਸੀਗਾ ਉਹ, ਅਬ ਮਨ ਉਲਟ ਸਨਾਤਨ ਹੁਆ, ਤਬ ਜਾਣਿਆ ਜਬ ਜੀਵਤ ਮੂਆ। ਕਹਿੰਦੇ ਕਿਵੇਂ ਹੋ ਗਿਆ ਸਨਾਤਨ? ਕਹਿੰਦੇ ਇਹ ਚੀਜ਼ ਅਨੁਭਵ ਕੀਤੀ ਕਦੋਂ, ਕਿਸ ਤਰ੍ਹਾਂ? ਕਹਿੰਦੇ ਜਦ ਜਿਉਂਦੇ ਜੀ ਮਰਿਆ। ਜਿਉਂਦੇ ਜੀ ਜਿਹੜਾ ਹੈਗਾ ਸਰੀਰ ਦੇ ਵਿੱਚ ਹੈਗਾ, ਔਰ ਸਰੀਰ ਦੀ ਪਕੜ ਚੋਂ ਆਜ਼ਾਦ ਆ। ਸਰੀਰ ਦੇ ਸਾਰਾ ਕੁਛ, ਅੱਖਾਂ ਦਾ ਚੋਗਾ ਪਿਆ ਹੋਇਆ, ਜੀਭ ਦਾ ਚੋਗਾ ਪਿਆ ਹੋਇਆ, ਕੰਨਾਂ ਦਾ ਚੋਗਾ ਪਿਆ ਆ, ਸਾਰੇ ਭੋਗ ਵਿਲਾਸ ਪਏ ਆ, ਔਰ ਨਹੀਂ ਜਾ ਰਿਹਾ ਉਸ ਪਾਸੇ ਨੂੰ। ਸਨਾਤਨ ਹੋ ਗਿਆ। ਤਬ ਜਾਣਿਆ ਜਬ ਜੀਵਤ ਮੁਆ, ਇਹਨੂੰ ਕਹਿੰਦੇ ਜੀਵਤ ਮਰਨਾ। ਕਹੋ ਕਬੀਰ ਸੁਖ ਸਹਿਜ ਸਮਾਵੋ। ਕਹਿੰਦੇ ਮੈਂ ਤਾਂ ਇਸ ਸੁੱਖ ਦੇ ਵਿੱਚ, ਸਹਿਜ ਅਵਸਥਾ ਦੇ ਵਿੱਚ, ਸਮਾਧੀ ਦੇ ਵਿੱਚ ਲੀਨ ਹੋ ਜਾਵਾਂ। ਆਪ ਨਾ ਡਰੋ ਨਾ ਅਵਰ ਡਰਾਵੋ। ਨਾ ਮੈਂ ਕਿਸੇ ਨੂੰ ਪੈ ਦਿੰਦਾ ਹੈ, ਨਾ ਹੀ ਮੈਂ ਕਿਸੇ ਦਾ ਪੈ ਮੰਨਦਾ ਹੈ।
ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਸਨਾਤਨ ਦਾ ਧਰਮ ਹੁੰਦਾ ਬਹੁਤ ਪੁਰਾਣਾ। ਹਾਂ ਪੁਰਾਣਾ ਮਤਲਬ ਹੁਣ ਕਹਿੰਦੇ ਆਪ ਮਨ ਉਲਟ ਸਨਾਤਨ ਹੋਊਗਾ। ਸਨਾਤਨ ਦਾ ਮਤਲਬ ਕਿ ਮਨ ਓਰੀਜਨਲ ਸਟੇਜ ਤੇ ਚੱਲ ਗਿਆ ਨਿੱਜਰ ਸਾਹਿਬ। ਬਿਲਕੁਲ ਫੈਕਟਰੀ ਸੈਟਿੰਗ ਹੋ ਗਈ ਓਰੀਜਨਲ। ਕੋਈ ਇੱਥੇ ਕੋਈ ਵਾਇਰਸ ਨਹੀਂ ਹੁਣ ਰਹਿ ਗਿਆ, ਬਿਲਕੁਲ ਓਰੀਜਨਲ ਹੋ ਗਿਆ, ਚਮਕ ਗਿਆ, ਆਤਮਾ ਤੱਤ ਬਣ ਗਿਆ, ਸੁਰਤੀ ਬਹੁਤ ਸ਼ੁੱਧ ਆਪਣੇ ਰੂਪ ਚ ਸਥਿਰ ਹੋ ਗਈ ਹੈ। ਇਹ ਭਗਤੀ ਦੀ ਇੱਕ ਪ੍ਰਾਪਤੀ ਹੈ, ਇਹ ਤੁਹਾਡੇ ਅੰਦਰ ਪੈਦਾ ਹੋਣੀ। ਜਦੋਂ ਮਨ ਰੋਸਟ ਹੋ ਗਿਆ, ਅਗਿਆਨ ਖਤਮ ਹੋ ਗਿਆ, ਕਾਮ ਕ੍ਰੋਧ ਲੋਭ ਮੋਹ ਖਤਮ ਹੋ ਗਿਆ, ਹੰਕਾਰ ਖਤਮ ਹੋ ਗਿਆ, ਰਾਗ ਖਤਮ ਹੋ ਗਿਆ, ਦਵੈਸ਼ ਖਤਮ ਹੋ ਗਿਆ, ਗਿਆਨ ਇੰਦਰੀਆਂ ਕਰਮ ਇੰਦਰੀਆਂ ਸ਼ੁੱਧ ਹੋ ਗਈਆਂ, ਆਪਣੇ ਮੂਲ ਸਰੂਪ ਚ ਸਿੱਧ ਹੋ ਗਈਆਂ। ਹੁਣ ਤੁਸੀਂ ਬੋਲਦੇ ਜੋ, ਸੱਚ ਬੋਲਦੇ ਜੋ, ਸੱਚ ਸੁਣਦੇ ਜੋ, ਸੱਚ ਖਾਂਦੇ ਜੋ, ਸੱਚ ਵੇਖਦੇ ਜੋ, ਸੱਚ ਸੂੰਘਦੇ ਜੋ, ਸੱਚ ਨੂੰ ਸਪਰਸ਼ ਕਰਦੇ ਜੋ, ਤੇ ਫਿਰ ਔਗਣ ਕਿੱਥੋਂ ਆਉਣਾ? ਫਿਰ ਮਨ ਸਨਾਤਨ ਹੋ ਜਾਣਾ ਹੈ। ਸਹੀ ਹੈ ਨਿੱਜਰ ਸਾਹਿਬ? ਬਿਲਕੁਲ ਬਿਲਕੁਲ ਬੜੀ ਉੱਚੀ ਅਵਸਥਾ, ਸ਼ੁੱਧ। ਸੱਚ ਬੋਲਣਾ ਕਿਤੇ ਮਜ਼ਾਕ ਹੈ? ਬੱਚਿਆਂ ਦਾ ਖੇਲ ਹੈ। ਤੇ ਜਿਗਰਾ ਚਾਹੀਦਾ ਤੁਹਾਡਾ। ਆਮ ਬੰਦਾ ਥੋੜੀ ਸੱਚ ਬੋਲ ਸਕਦਾ ਹੈ, ਉੱਤੇ ਕੋਈ ਬਹੁਤਾ ਤਕੜਾ ਜਤੀ। ਆਪ ਜਿੰਨੇ ਵੀ ਜੋ ਸਾਰੀ ਬੜੀ ਉੱਚੀ ਸਾਧਨਾ ਕਰ ਰਹੇ ਜੋ, ਕਿਉਂਕਿ ਆਮ ਬੰਦਾ ਤੇ ਜਾਂਦਾ ਹੀ ਕੋਈ ਨਹੀਂ ਸੱਚ ਬੋਲਣ। ਸੱਚ ਨੂੰ ਕਹਿ ਦਈਏ ਕਿ ਇਹਨੂੰ ਸੱਚ ਬੋਲੋ, ਕਹਿੰਦਾ ਭਰਾ ਘਰ ਚ ਮੈਂ ਸੱਚ ਬੋਲਣਾ ਸ਼ੁਰੂ ਕੀਤਾ ਤੇ ਪੌੜਾ ਪੈ ਜਾਣਾ। ਉਹਨੇ ਫਿਰ ਇਹੋ ਜਿਹਾ ਕੰਮ ਹੀ ਨਹੀਂ ਕਰਨਾ ਜਿਹੜਾ ਉਹਨੂੰ ਝੂਠ ਬੋਲਣਾ ਪਵੇ। ਸੱਚ ਤੇ ਤਾਂ ਹੀ ਬੋਲਣ ਚ ਸਾਨੂੰ ਪ੍ਰੋਬਲਮ ਹੈ ਨਾ। ਹੁਣ ਮੈਂ ਉੱਥੇ ਗਿਆ ਬਾਹਰ ਕਿਤੇ ਗਲਤ ਜਗ੍ਹਾ ਤੇ, ਮੈਂ ਝੂਠ ਬੋਲੂੰਗਾ। ਤੇ ਜਦੋਂ ਮੈਂ ਜੀਵਨ ਆਪਣਾ ਹੀ ਸਾਧ ਲਿਆ, ਮੈਂ ਸਾਧ ਹੋ ਗਿਆ, ਮੈਂ ਸਾਧਕ ਹੋ ਗਿਆ, ਤੇ ਫਿਰ ਮੈਂ ਜੋ ਕਰੂੰਗਾ ਮੈਨੂੰ ਦੱਸਣ ਚ ਕੋਈ ਪ੍ਰੋਬਲਮ ਹੈ? ਮੈਂ ਕੋਈ ਚੀਟਿੰਗ ਕਰ ਰਿਹਾ? ਹੁਣ ਮੈਂ ਇੱਥੇ ਮੈਨੂੰ ਘਰੇ ਫੋਨ ਆਇਆ ਕਿਸੇ ਦਾ ਗਲਤ ਮਲਤ, ਤੇ ਮੈਂ ਇਹਨੂੰ ਝੂਠ ਮੰਨਣ ਦੀ ਲੋੜ ਆ? ਔਰ ਜਦੋਂ ਮੈਂ ਹੀ ਸੱਚਾ ਵਾਂ, ਮੈਂ ਮੇਰੇ ਸਾਰੇ ਜੈਨੂਨ ਮੇਰੇ ਕੰਮ ਨੇ, ਤੇ ਫਿਰ ਮੈਨੂੰ ਕੀ ਲੋੜ ਪਈ ਝੂਠ ਮਾਰਨ ਦੀ? ਨਿੱਜਰ ਸਾਹਿਬ ਬਿਲਕੁਲ। ਤੇ ਸੱਚ ਹੀ ਆ ਗਿਆ ਫਿਰ, ਸੱਚ ਨੂੰ ਤੇ ਸੱਚ ਦੇ ਰੂਪ ਚ ਫਿਰ ਉਹ ਉਸ ਤੋਂ ਬਾਅਦ ਹੀ ਜੀਵਨ ਚ ਸੁੱਖ ਹੋਣਾ ਵਾ। ਇਹ ਵੀ ਗੱਲ ਯਾਦ ਰੱਖਿਓ। ਕਬੀਰ ਜੀ ਨੇ ਪਹਿਲਾਂ ਤੁਕ ਚੱਕਿਆ, ਕਹਿੰਦੇ ਹਾਂ ਮਨ ਸਨਾਤਨ ਹੋ ਗਿਆ ਜੀ, ਸ਼ੁੱਧ ਹੋ ਗਿਆ, ਮਨ ਦੇ ਸਾਰੇ ਵਕਾਰ ਇਸ ਤੋਂ ਅਲੱਗ ਹੋ ਗਿਆ, ਤੇ ਮਨ ਕੀ ਹੋ ਗਿਆ? ਸੱਚਖੰਡ ਚ ਪ੍ਰਵੇਸ਼ ਕਰ ਗਿਆ ਜੀ, ਆਪਣੇ ਆਪ ਚ ਸਥਿਰ ਹੋ ਗਿਆ, ਬਹੁਤ ਉੱਚੀ ਅਵਸਥਾ ਚ ਪਹੁੰਚ ਗਿਆ। ਜਬ ਜਾਣਿਆ ਤਬ ਜਾਣਿਆ ਜਬ ਜੀਵਤ ਮੁਆ। ਤਬ ਜਾਣਾ ਮਤਲਬ ਉਹ ਕਹਿੰਦੇ ਜਦੋਂ ਮਨ ਮਤਲਬ ਰੋਸਟ ਕਰ ਲਿਆ ਜਿਉਂਦੇ ਜੀ ਨਾਰੀਅਲ ਦੇ ਵਾਂਗੂ। ਐ ਨਹੀਂ ਕਿ ਗਿਰੀ ਟੁੱਟ ਗਈ ਤੇ ਖੋਪੜਾ ਅਲੱਗ ਹੋ ਗਿਆ, ਗਿਰੀ ਵੀ ਅੰਦਰ ਆ ਤੇ ਉਹਦਾ ਛਿਲਕਾ ਵੀ ਨਾਲ ਆ। ਜਿਉਂਦੇ ਜੀ ਜਦੋਂ ਮੂਆ ਹੋ ਗਿਆ, ਉਹਨੂੰ ਉਹ ਔਗਣਾ ਚ ਗਤੀ ਨਹੀਂ ਕਰਦਾ, ਉਦੋਂ ਸਨਾਤਨ ਹੋਇਆ ਉਹ ਨਿੱਜਰ ਸਾਹਿਬ। ਹਾਂ ਉਦੋਂ ਇਹ ਅਨੁਭਵ ਹੋਇਆ, ਤਬ ਜਾਣਿਆ। ਕਹਿੰਦੇ ਉਦੋਂ ਜਿਹੜਾ ਹੈਗਾ ਪ੍ਰੈਕਟੀਕਲ ਹੋਇਆ ਮੇਰਾ। ਆਹ ਤੇ ਇਹ ਨਹੀਂ ਕਹਿੰਦੇ ਕਿ ਲੋਕੀ ਇਲਜ਼ਾਮ ਕਹੀ ਜਾਂਦੇ ਡੇਰਾਬਾਦ ਵਾਲੇ ਬੰਦਾ ਮਰੂ ਤੇ ਤੁਹਾਨੂੰ ਪਤਾ ਨੀ ਕਿੱਥੇ ਲੈ ਕੇ ਜਾਵਾਂਗੇ। ਉਹ ਕਹਿੰਦੇ ਉਹ ਗੱਪਾਂ ਨਹੀਂ ਚਾਹੀਦੀਆਂ। ਮੈਂ ਜਿਉਂਦੇ ਜੀ, ਮੈਂ ਜਿਉਂਦਿਆਂ ਮੂਆ, ਮਨ ਮੇਰਾ ਜਿਉਂਦੇ ਜੀ ਮਰ ਗਿਆ ਮੇਰੇ ਸਾਹਮਣੇ। ਮਨ ਦਾ ਮਰ ਜਾਣਾ ਕੀ ਹੈ? ਭੋਗਾਂ ਦਾ ਤਿਆਗ ਹੀ ਤੇ ਮਨ ਦਾ ਮਰ ਜਾਣਾ ਨਿੱਜਰ ਸਾਹਿਬ। ਬਿਲਕੁਲ। ਇੰਦਰੀਆਂ ਦੇ ਰਾਹੀਂ ਨਹੀਂ, ਅੰਦਰੋਂ ਕੋਈ ਤਰੰਗ ਨਹੀਂ ਪੈਦਾ ਹੋਣੀ। ਉਹ ਮਨ ਦੀ ਮੈਂ ਗੱਲ ਕਰਦਾ, ਮਰਨ ਦੀ ਗੱਲ ਹੈ। ਕੋਈ ਇੱਕ ਬਾਹਰੀ ਨਹੀਂ। ਕਹਿੰਦੇ ਤਾਂ ਕਬੀਰ ਜੀ ਕਹਿੰਦੇ ਨੇ, ਕਬੀਰ ਜੀ ਨੇ ਬਾਣੀ ਕਿਹਨਾਂ ਦੀ ਬਾਣੀ? ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਮਾਰੀਏ ਪੂਰਨ ਪਰਮਾਨੰਦ। ਹਾਂ ਬਿਲਕੁਲ। ਇਹ ਉਸੇ ਮਰਨੇ ਦੀ ਗੱਲ ਕਰਦੇ ਹੋ। ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਮਰਨ ਦੀ ਗੱਲ ਕਰਦੇ ਆ, ਰਾਗ ਦੇ ਦਵੈਸ਼ ਦੀ ਮਰਨ ਦੀ ਗੱਲ ਕਰਦੇ ਆ। ਇੰਦਰੀਆਂ ਦੇ ਭੋਗਾਂ ਤੋਂ ਉਹਨਾਂ ਨੂੰ ਮੋੜ ਕੇ ਅੰਤਰਮੁਖੀ ਕਰਨ ਨੂੰ ਗੱਲ ਕਰਦੇ, ਉਹਨਾਂ ਨੂੰ ਕਹਿੰਦੇ ਮਰਨਾ। ਕਿ ਸੰਸਾਰ 'ਚ ਰਹਿਣਾ, ਇੰਨਾ ਸ਼ੁੱਧ ਹੋ ਜਾਣਾ, ਆਪਣੇ ਸ਼ੁੱਧ ਰੂਪ ਨੂੰ ਪ੍ਰਗਟ ਕਰ ਲੈਣਾ। ਮਤਲਬ ਕਿ ਪ੍ਰਮਾਤਮਾ ਦੇਖਿਆ ਜਾਵੇ ਤੇ ਨਿੱਜਰ ਸਾਹਿਬ, ਪ੍ਰਮਾਤਮਾ ਇੱਕ ਆਪਣੇ ਚੋਂ ਇੱਕ ਬੱਚਾ ਪੈਦਾ ਕਰਨ ਵਾਲਾ ਹਿਸਾਬ ਜੇ। ਆਪਣੇ ਆਪ ਚੋਂ ਸਾਨੂੰ ਪ੍ਰਮਾਤਮਾ ਨੂੰ ਪੈਦਾ ਕਰਨਾ ਪਊ, ਉਹਨੂੰ ਪ੍ਰਗਟ ਕਰਨਾ ਪਊਗਾ। ਇਹੀ ਤਾਂ ਹੈ ਗੁਰਕੀ ਸਾਹਿਬ, ਜਿਹੜਾ ਖਾਨਦਾਨ ਜਿਹੜਾ ਪਰਮਾਤਮਾ ਦਾ ਵੰਸ਼ ਇਸੇ ਤਰੀਕੇ ਨਾਲ ਤਾਂ ਵੱਧਦਾ ਹੈ। ਪਰਮਾਤਮਾ ਦਾ ਵੰਸ਼ ਜਿਹੜੇ ਬ੍ਰਹਮ ਗਿਆਨੀ ਹੋ ਜਾਂਦੇ ਆ, ਉਹ ਫਿਰ ਉਹ ਗਾਹਾਂ ਪਰਮਾਤਮਾ ਦਾ ਵੰਸ਼ ਵਧਾਉਂਦੇ ਆ, ਉਹ ਆਪਣੇ ਵਰਗੇ ਹੋਰ ਪੈਦਾ ਕਰ ਦਿੰਦੇ ਆ। ਹਾਂ ਉਹ ਫਿਰ ਇਹ ਵੀ ਹੈ। ਇਹ ਤੇ ਫਿਰ ਉਹਦੇ ਬਦਲੇ ਕੀ ਮਿਲਦਾ ਹੈ ਪਰਮਾਤਮਾ ਦੇ ਵੱਲੋਂ? ਫਿਰ ਸਾਨੂੰ ਪਰਮ ਆਨੰਦ ਤੇ ਪਰਮ ਸ਼ਾਂਤੀ ਮਿਲਦੀ। ਉਹ ਜਿਹੜਾ ਉੱਥੇ ਪਰਮਾਤਮਾ ਦਾ ਜਿਹੜਾ ਦਰਬਾਰ ਆ, ਉਹਦੇ ਚਰਨ, ਇਹ ਤਾਂ ਸਭ ਤੋਂ ਜ਼ਿਆਦਾ ਸੁੱਖ ਹੈ। ਤੇ ਉਹ ਆਪਣੇ ਚਰਨਾਂ 'ਚ ਜਗ੍ਹਾ ਦੇ ਦਿੰਦਾ ਸਾਨੂੰ, ਤੇ ਉਹ ਚਰਨਾਂ ਦੇ ਵਿੱਚ ਤੇ ਫਿਰ ਅਖੰਡ ਅਵਸਥਾ ਹੈ। ਉਹ ਟੁੱਟਦੀ ਨਹੀਂ, ਉਹ ਸੁਰਤੀ ਨਿਕਲਦੀ ਥੋੜੀ, ਤੁਹਾਡੀ ਸੁਰਤੀ ਥੋੜੀ ਨਿਕਲਣੀ ਹੈ। ਤੇ ਸੁਰਤੀ ਪੀਰ ਵਾਂਗੂ ਖੁੱਬਦੀ ਜਾਣੀ। ਅੱਜ ਜਿੰਨੀ ਖੁੱਬ ਗਈ, ਕੱਲ ਉਸ ਤੋਂ ਵੀ ਅੱਗੇ ਹੋ ਖੁੱਬ ਜਾਣੀ। ਔਰ ਇੱਕ ਸਮਾਂ ਆਉਣਾ ਇਹ ਸੁਰਤੀ ਉਹਦੇ ਵਿੱਚ ਲੀਨ ਹੋ ਜਾਣੀ।
ਉੱਥੋਂ ਬਾਹਰ ਹੀ ਨਹੀਂ ਤੁਸੀਂ ਕੱਢ ਸਕਦੇ ਹੁਣ। ਬਿਲਕੁਲ। ਜੇ ਬਾਹਰ ਨਿਕਲੀ ਨਹੀਂ ਤੇ ਵਿਚਾਰ ਕੋਈ ਹੈਗਾ ਹੀ ਨਹੀਂ, ਵਿਚਾਰ ਆਉਣਾ ਹੀ ਕੋਈ ਨਹੀਂ, ਵਿਚਾਰ ਤੇ ਉਹ ਖਤਮ ਹੋ ਗਏ। ਵਿਚਾਰ ਤੇ ਮੰਨਦੇ ਸੀ, ਹੁਣ ਸੁਰਤੀ ਉੱਥੇ ਬਹਿ ਗਈ ਬ੍ਰਹਮ ਦੇ ਵਿੱਚ ਅਖੰਡ ਅਵਸਥਾ 'ਚ, ਉਹਨੂੰ ਮਾਨ ਸਰੋਵਰ ਕਹਿੰਦੇ ਨੇ। ਹਾਂਜੀ ਨਿਜਰ ਸਾਹਿਬ। ਉਹ ਜਿਹੜੀ ਐਕਚੁਅਲੀ ਨਾ ਉਹ ਇਹਨਾਂ ਦੇ ਆਪਣੀ ਇੱਕ ਸ਼ਬਦ ਹੈਗਾ ਮੇਰੇ ਖਿਆਲ 5ਵੀਂ ਪਾਤਸ਼ਾਹੀ ਦਾ ਹੈ, ਉਹਦੇ 'ਚ ਆਉਂਦਾ ਹੈ ਕਿ ਗੁਰੇ ਸੁਭ ਦ੍ਰਿਸ਼ਟ ਸਭ ਉਪਰ ਕਰੀ, ਜਿਸਕੇ ਹਿਰਦੇ ਮੰਤਰ ਦੇ ਹਰੀ, ਅਖੰਡ ਕੀਰਤਨ ਤਿਨ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ। ਆਇਆ ਉਹ ਅਖੰਡ ਅਵਸਥਾ ਜੀ, ਉਹ ਨਹੀਂ ਟੁੱਟਦੀ ਫਿਰ ਕਦੀ ਵੀ। ਹਾਂ, ਉਹ ਫਿਰ ਕਹਿੰਦੇ ਨਾ ਕਿ ਸਾਡੀ ਅਵਸਥਾ ਟੁੱਟ ਗਈ, ਓਦਾਂ ਨਹੀਂ ਕੰਮ ਹੁੰਦਾ। ਅਵਸਥਾ ਐਸੀ ਬਣ ਜੂਗੀ, ਤੁਸੀਂ ਜਿੰਨੀਆਂ ਮੰਜ਼ਿਲਾਂ ਚੜ੍ਹ ਗਏ ਉਹ ਮੰਜ਼ਿਲ ਤੇ ਤੁਹਾਡੀ ਸੁਰਤੀ ਟਿਕ ਜੂਗੀ। ਥੱਲੇ ਨਹੀਂ ਆ ਸਕਦੇ, ਹਾਂ ਉੱਤੇ ਚੜ੍ਹ ਸਕਦੇ ਤੇ ਉਹ ਰਿਕੁਆਇਰਮੈਂਟ ਹੈਗੀ ਆ। ਤੁਸੀਂ ਰਿਕੁਆਇਰਮੈਂਟ ਪੂਰੀ ਕਰੀ ਜਾਓ ਤੇ ਨਿੱਜਰ ਸਾਹਿਬ ਉੱਤੇ ਚੜ੍ਹਦੇ ਜਾਓ। ਬਿਲਕੁਲ ਸਿੰਪਲ ਜਿਹਾ ਜੀ, ਕੋਈ ਔਖਾ ਕੰਮ ਨਹੀਂ ਹੈਗਾ। ਮਾਲਕ ਪਰਮਾਤਮਾ ਦੇ ਪਰਣੇ ਹੋ ਕੇ ਆਪਾਂ ਭਗਤੀ ਕਰੀਏ, ਧਿਆਨ ਸਿਮਰਨ ਕਰੀਏ, ਮਾਲਕ ਨੂੰ ਜਿਹੜਾ ਹੈਗਾ ਹਮੇਸ਼ਾ ਜਿਹੜਾ ਹੈਗਾ ਵੀ ਮਾਲਕਾ ਮੈਂ ਨਹੀਂ ਚੱਲ ਸਕਦਾ, ਤੂੰ ਮੈਨੂੰ ਹੱਥ ਫੜਾ ਕੇ ਮੈਨੂੰ ਜਿਹੜਾ ਤੂੰ ਚਲਾ, ਤੂੰ ਲੈ ਕੇ ਜਾ। ਤੇ ਮਾਲਕ ਜਿਹੜਾ ਹੈਗਾ ਆਪਾਂ ਕਦੀ ਵੀ ਜਿਹੜਾ ਹੈਗਾ ਨਹੀਂ ਆਪਾਂ ਜਿਹੜੇ ਹੈਗੇ ਮਾਤ ਨਹੀਂ ਖਾਵਾਂਗੇ, ਕਿਉਂਕਿ ਆਪਾਂ ਮਾਲਕ ਨੂੰ ਆਪਣੇ ਨਾਲ ਰੱਖਿਆ ਹੋਇਆ ਹੈ। ਜੇ ਕਿਤੇ ਆਪਾਂ ਆਪਣੀ ਆਕੜ 'ਚ ਜਿਹੜਾ ਹੈ ਮੈਂ ਕਰ ਲੂੰਗਾ, ਮੈਂ ਭਗਤੀ ਕਰ ਲੂੰਗਾ, ਮੈਂ ਚੱਲ ਪਾ ਲੂੰਗਾ, ਮੈਂ ਆਹ ਕਰ ਲੂੰਗਾ, ਫਿਰ ਫਸ ਜਾਵਾਂਗੇ ਆਪਾਂ। ਹਾਂਜੀ ਠੀਕ ਹੈ ਜੀ। ਹਾਂਜੀ ਅਗਲੀ ਤੁਕ ਬੋਲਦੇ ਨੇ ਜੀ ਸਾਹਿਬ। ਬਸ ਗੁਰਕੀ ਸਾਹਿਬ ਹੁਣ ਕਹੋ ਕਬੀਰ ਸੁਖ ਸਹਿਜ ਸਮਾਵੋ, ਆਪ ਨਾ ਡਰੋ ਨਾ ਅਵਰ ਡਰਾਵੋ। ਕਹਿੰਦੇ ਬਸ ਕਹਿੰਦੇ ਮੈਂ ਹੁਣ ਸੁੱਖ ਦੇ ਵਿੱਚ ਸਹਿਜ ਸਮਾਧੀ ਦੇ ਵਿੱਚ ਸਮਾ ਗਿਆ ਆ, ਤੇ ਹੁਣ ਮੈਂ ਇੱਥੋਂ ਨਹੀਂ ਨਿਕਲਦਾ। ਹੁਣ ਨਾ ਤਾਂ ਮੈਂ ਆਪ ਡਰਦਾ ਹੈ ਕਿਸੇ ਕੋਲੋਂ, ਤੇ ਨਾ ਹੀ ਮੈਂ ਕਿਸੇ ਨੂੰ ਡਰਾਉਣਾ ਹੈ। ਹਾਂਜੀ ਬਿਲਕੁਲ ਠੀਕ ਹੈ ਜੀ। ਉੱਪਰ ਦੇਖ ਲਓ, ਤਬ ਜਾਣਿਆ ਜਬ ਜੀਵਤ ਮੁਆ। ਇੱਕ ਜਸਟ ਸੋਚੋ, ਆਪ ਜਸਟ ਸੋਚੋ, ਇੱਕ ਮਰਨ ਵਾਲੀ ਅਵਸਥਾ ਨੂੰ ਜਿਉਂਦੇ ਜੀ ਅਨੁਭਵ ਕਰਨਾ ਕਿੱਡੀ ਵੱਡੀ ਗੱਲ। ਸਭ ਕੁਛ ਰੋਕ ਦੇਣਾ, ਮਨ ਨੂੰ ਰੋਕ ਦੇਣਾ, ਬੁੱਧੀ ਨੂੰ ਰੋਕ ਦੇਣੀ, ਗਿਆਨ ਇੰਦਰੀਆਂ ਨੂੰ ਰੋਕ ਦੇਣਾ, ਕਰਮ ਇੰਦਰੀਆਂ ਨੂੰ ਰੋਕ ਦੇਣਾ, ਸਾਰਾ ਕੁਛ ਸਟਾਪ ਕਰਤਾ। ਆਤਮਾ ਤੱਤ ਚ ਸਥਿਰ ਹੋ ਗਿਆ, ਉਹਦੇ ਵਰਗਾ ਹੀ ਹੋ ਗਿਆ। ਫਿਰ ਕੀ ਹੈ, ਕਹੋ ਕਬੀਰ ਸਹਿਜ ਸਮਾਓ। ਸੁੱਖ ਸਹਿਜ ਸਮਾਓ, ਸੁੱਖ ਦੇ ਵਿੱਚ ਸਮਾ ਗਏ, ਸਹਿਜ ਅਵਸਥਾ ਚ ਸਮਾ ਗਏ। ਹਾਂ ਸਹਿਜ ਸਮਾ, ਸੁੱਖ ਸਹਿਜ ਸਮਾਓ। ਆਪ ਕੋ ਨਾ ਡਰੋ ਨਾ ਅਵ ਡਰਾਓ। ਹੁਣ ਕੀ ਹੋ ਗਿਆ ਕਿ ਮੈਂ ਜਿਹੜਾ ਨਾ ਅਡੋਲ ਅਵਸਥਾ ਦੇ ਵਿੱਚ ਸਹਿਜ ਚ ਆ ਗਿਆ। ਸਹਿਜ ਦਾ ਮਤਲਬ ਹੁਣ ਕੁਛ ਕਰਨ ਦੀ ਲੋੜ ਨਹੀਂ ਆ। ਇੱਕ ਤੇ ਹੁੰਦਾ ਨਾ ਕਿ ਕੋਈ ਆਪਾਂ ਇੱਕ ਕੰਮ ਕਰਨਾ, ਕਿਰਿਆ ਕਰ ਰਹੇ ਹਾਂ, ਤੇ ਧਿਆਨ ਸਿਮਰਨ ਦਾ ਮਤਲਬ ਹੁੰਦਾ ਸਾਧਨਾ, ਪ੍ਰੋਸੈਸ ਦੇ ਵਿੱਚ ਆ। ਸਹਿਜ ਸਮਾਧੀ ਲੱਗੀ ਪਈ ਹੈ, ਭਾਵੇਂ ਤੁਸੀਂ ਕੁਛ ਵੀ ਕਰੋ ਤੇ ਭਾਵੇਂ ਤੁਸੀਂ ਕੁਛ ਨਾ ਵੀ ਕਰੋ। ਉਹਦਾ ਸਹਿਜ ਅਵਸਥਾ ਹੈ, ਉਹ ਆਨੰਦ ਜਿਹੜਾ ਹੈ, ਅਡੋਲਤ, ਜਿਹੜੀ ਆਤਮਿਕ ਅਡੋਲਤ ਅਵਸਥਾ, ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਔਰ ਬੜੀ ਉੱਚੀ ਅਵਸਥਾ ਹੈ। ਤੇ ਜਦੋਂ ਆਪਣਾ ਪ੍ਰਵੇਸ਼ ਉੱਥੇ ਹੁੰਦਾ ਹੈ ਤੇ ਫਿਰ ਕੀ ਹੁੰਦਾ, ਫਿਰ ਤੇ ਨਾ ਆਪਾਂ ਕਿਸੇ ਤੋਂ ਡਰਦੇ ਹਾਂ, ਨਾ ਆਪਾਂ ਕਿਸੇ ਨੂੰ ਡਰਾਉਂਦੇ ਹਾਂ। ਆਪਣਾ ਜੀਵਨ ਬਤੀਤ ਕਰਦੇ ਹਾਂ, ਕਿਸੇ ਨਾਲ ਵਧੀਕੀ ਤੁਸੀਂ ਕਰਨੀ ਨਹੀਂ, ਕਿਉਂਕਿ ਤੁਹਾਨੂੰ ਤੁਹਾਡੇ ਅੰਦਰ ਆਵਾਜ਼ ਹੀ ਨਹੀਂ ਹੋਣੀ ਕਿਸੇ ਨਾਲ ਵਧੀਕੀ ਕਰਨ ਦੀ। ਤੁਸੀਂ ਖੁਦ ਹੀ ਕੰਮ ਕਰ ਲੈਣਾ ਆਪਣਾ ਕੰਮ, ਤੁਸੀਂ ਇੰਡੀਪੈਂਡੈਂਟ ਹੋਣਾ, ਤੁਸੀਂ ਆਪਣਾ ਲੋਡ ਕਿਸੇ ਤੇ ਨਹੀਂ ਪਾਉਣਾ, ਆਪਣਾ ਜੀਵਨ ਤੁਸੀਂ ਖੁਦ ਬਤੀਤ ਕਰੋਗੇ। ਇਹ ਬੜੀ ਤੜੀ ਅਵਸਥਾ ਹੈ। ਜਦੋਂ ਇੱਥੇ ਆਪਾਂ ਪਹੁੰਚ ਜਾਂਦੇ ਹਾਂ ਤੇ ਫਿਰ ਸਾਨੂੰ ਜਿਹੜੇ ਉਹ ਤੇ ਕਹਿੰਦੇ ਨੇ ਰਾਮ ਕਬੀਰ ਆਏ ਇੱਕ ਭਏ ਤੇ ਕੋਈ ਨਾ ਸਕੇ ਪਛਾਣੀ। ਉਹ ਫਿਰ ਰਾਮ ਤੇ ਕਬੀਰ ਇੱਕ ਹੋ ਜਾਂਦੇ ਆ। ਤੇ ਫਿਰ ਰਾਮ ਨੇ ਕਿਸੇ ਨੂੰ ਕੀ ਡਰਾਉਣਾ, ਰਾਮ ਦਾ ਤੇ ਸੰਸਾਰ ਹੈ। ਕਬੀਰ ਤੋਂ ਰਹਿ ਨਹੀਂ ਗਿਆ, ਕਿਉਂਕਿ ਆਪ ਇੱਥੇ ਲਿਖਿਆ ਨਾ, ਆ ਜੀਵਤ ਮੂਆ ਐਵੇਂ ਥੋੜੀ ਮੂਆ ਹੋ ਜਾਂਦਾ ਵਾ, ਗੱਲਾਂ ਨਾਲ ਥੋੜੀ ਕੋਈ ਮੂਆ ਹੋ ਜਾਂਦਾ। ਇਹ ਤੇ ਇੱਕ ਅਵਸਥਾ ਹੈ ਨਿੱਜਰ ਸਾਹਿਬ। ਬਿਲਕੁਲ। ਜਬ ਜਾਣਿਆ ਤਬ ਜਾਣਿਆ। ਤਬ ਦਾ ਮਤਲਬ ਉਹਨਾਂ ਚਿਰ ਤੱਕ ਨਹੀਂ ਜਿੰਨਾ ਚਿਰ ਤੇ ਕਬੀਰ ਸੀ। ਉਹ ਕਬੀਰ ਤੇ ਮਰ ਗਿਆ, ਫਿਰ ਉਹ ਬ੍ਰਹਮ ਹੀ ਰਹਿ ਗਿਆ ਨਿੱਜਰ ਸਾਹਿਬ। ਕਿਉਂਕਿ ਸਾਡੀ ਹੋਣ ਤੇ ਸਾਡਾ ਹਉਮੈ ਹੀ ਤੇ ਹੈਗੀ ਆ, ਸਾਨੂੰ ਲੈ ਕੇ ਤੁਰੀ ਫਿਰਦੀ ਹੈ। ਬਾਣੀ ਤੇ ਕਹਿੰਦੀ ਜਬ ਤੁਮ ਹੋਤੇ ਤਬ ਹਮ ਨਹੀਂ, ਜਬ ਤੁਮ ਹੋਤੇ ਤਬ ਤੁਮ ਨਹੀਂ। ਅਸਕਰ ਇੱਕ ਨੂੰ ਤੇ ਨਸ਼ਟ ਹੋਣਾ ਹੀ ਪਊਗਾ ਨਾ। ਬਿਲਕੁਲ। ਜਿਹੜਾ ਝੂਠਾ ਹੈ ਉਹ ਨਹੀਂ ਨਸ਼ਟ ਹੋਣਾ ਹੈ, ਜਿਹੜਾ ਮਨ ਜਿਹੜਾ ਹੈਗਾ ਜਿਹਦੀ ਹੋਂਦ ਨਹੀਂ ਹੈ ਉਹ ਨਹੀਂ ਨਸ਼ਟ ਹੋਣਾ। ਹਾਂ, ਤੇ ਹਉਮੈ ਦੀ ਕੋਈ ਹੋਂਦ ਨਹੀਂ ਹੈਗੀ, ਹਉਮੈ ਨਾਮ ਦੀ ਕੋਈ ਚੀਜ਼ ਨਹੀਂ ਹੈ। ਤੇ ਜਦੋਂ ਹਉਮੈ ਗਈ ਤੇ ਉਹ ਫਿਰ ਉਹ ਬ੍ਰਹਮ ਹੀ ਰਹਿ ਗਿਆ। ਫਿਰ ਬ੍ਰਹਮ ਦੇ ਵਿੱਚ ਫਿਰ ਕੋਈ ਤਰੰਗ ਨਹੀਂ ਪੈਦਾ ਹੋਣੀ। ਬ੍ਰਹਮ ਤੇ ਵੈਸੇ ਵੀ ਸੱਚ ਤੇ ਆਨੰਦ ਆ, ਉਹਦੇ ਚ ਕੋਈ ਔਗਣ ਕੋਈ ਨਹੀਂ, ਨਾ ਔਗੁਣਾਂ ਨੂੰ ਗ੍ਰਹਿਣ ਕਰਦਾ। ਤੇ ਜਦੋਂ ਅਸੀਂ ਉੱਥੇ ਜਾਂਦੇ ਹਾਂ ਤੇ ਸਾਡੇ ਚ ਵੀ ਕੋਈ ਔਗਣ ਨਹੀਂ ਪੈਦਾ ਹੋਣੇ। ਤੁਸੀਂ ਵੇਖ ਲਓ ਤੁਹਾਡੇ ਜੀਵਨ ਚ ਔਗਣ ਬੜਾ ਔਖਾ,
ਬਹੁਤ ਔਖਾ ਬੋਲਿਆ ਤੇ ਬਹੁਤ ਜ਼ਿਆਦਾ ਔਖਾ। ਤੁਹਾਡੇ ਜੀਵਨ ਚ ਔਗਣ ਨਹੀਂ ਜਾ ਸਕਦਾ। ਜੇ ਹਜੇ ਵੀ ਝੂਠ ਬੋਲਣ ਨੂੰ ਦਿਲ ਕਰਦਾ ਹੈ ਤੇ ਫੇਰ ਵਿਚਾਰ ਕਰੋ। ਇਹਦਾ ਮਤਲਬ ਕਿ ਤੁਸੀਂ ਪਹੁੰਚੇ ਨਹੀਂ ਜੋ ਪ੍ਰੋਸੈਸ ਦੇ ਵਿੱਚ। ਉਹ ਮੈਨੂੰ ਨਹੀਂ ਦੱਸਣ ਦੀ ਲੋੜ, ਤੁਸੀਂ ਆਪਣੇ ਆਪ ਆਪਣੇ ਮਨ ਚ ਵੇਖ ਲੈਣਾ। ਪਰ ਜੇਕਰ ਅੰਦਰ ਸ਼ੁੱਧਤਾ ਆ ਰਹੀ ਆ, ਸਫਾਈ ਆ ਰਹੀ ਆ, ਸੱਚਾਈ ਆ ਰਹੀ ਆ ਤੇ ਇਮਾਨਦਾਰੀ ਆ ਰਹੀ ਆ, ਵਫਾਦਾਰੀ ਆ ਰਹੀ ਆ, ਤੇ ਸਮਝ ਲਓ ਕਿ ਬਹੁਤ ਵੱਡੀ ਗੱਲ, ਸਹੀ ਰਸਤੇ ਤੇ ਹੈਗੇ। ਹਾਂ ਤੁਸੀਂ ਸਹੀ। ਜਿਹਦੇ ਝੂਠ ਬੋਲਣ ਨੂੰ ਦਿਲ ਕਰਦਾ, ਪੈਸਾ ਚੁੱਕਣ ਨੂੰ ਦਿਲ ਕਰਦਾ ਲੋਕਾਂ ਦਾ, ਤੇ ਜਾਂਦੇ ਚੁਗਲੀ ਕਰਨ ਨੂੰ ਦਿਲ ਕਰਦਾ, ਫਿਰ ਥੋੜਾ ਜਿਹਾ ਵਿਚਾਰ ਕਰਨ ਦੀ ਲੋੜ ਹੈ, ਤੁਹਾਨੂੰ ਮਿਹਨਤ ਕਰਨ ਦੀ। ਹਾਂਜੀ ਨੇਜਰ ਸਾਹਿਬ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰ ਦਈਏ। ਬਿਲਕੁਲ ਗੋਰਖ ਸਾਹਿਬ, ਕਿਉਂਕਿ ਅੱਗੇ ਜਿਹੜਾ ਹੈਗਾ ਸ਼ਬਦ ਉਹ ਬੜਾ ਗੰਭੀਰ ਸ਼ਬਦ ਹੈਗਾ ਤੇ ਉਹਨੂੰ ਜਿਹੜਾ ਪੂਰੀ ਤਰ੍ਹਾਂ ਸਮਾਂ ਦੇਵਾਂਗੇ ਆਪਾਂ। ਠੀਕ ਹੈ, ਆਪਾਂ ਬਿਲਕੁਲ ਸਲੋ ਹੀ ਗੱਡੀ ਚਲਾਉਣੀ। ਬਿਲਕੁਲ ਜੀ। ਹਾਂਜੀ, ਜਗਰੂਪ ਕੌਰ ਜੀ ਤੁਸੀਂ ਨਾ ਆਪਣਾ ਪੱਖਾ ਬੰਦ ਕਰ ਲਓ, ਤੁਹਾਡੇ ਪੱਖੇ ਦੀ ਹਵਾ ਸਾਡੇ ਤੱਕ ਆਉਂਦੀ ਹੈ।